ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਘਰਾਂ 'ਚ ਜਿਹੜੇ ਬਜ਼ੁਰਗਾਂ ਦੇ ਹਮਸਫਰ ਨਹੀਂ ਰਹਿੰਦੇ, ਜਿਹੜੇ ਬਜ਼ੁਰਗ ਇਕੱਲੇ ਰਹਿੰਦੇ ਨੇਗੇ ਹੈ ਨਾ, ਤਾਂ ਉਹ ਕੀ ਸੋਚਦੇ ਹੋਣਗੇ, ਜਾਂ ਉਹਨਾਂ ਦੀ ਜ਼ਿੰਦਗੀ, ਜਾਂ ਉਹ ਇਹ ਸਾਰੀਆਂ ਚੀਜ਼ਾਂ, ਜਾਂ ਫਿਰ ਆਪਣੇ ਹਮਸਫਰ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਖਾਸ ਇਨਸਾਨ ਕੌਣ ਹੁੰਦਾ ਹੋਊਗਾ, ਹੈ ਨਾ। ਆਪਾਂ ਸਭ ਤੋਂ ਪਹਿਲਾਂ ਆਪਣੇ ਤੇ ਆਪਣੇ ਬੱਚਿਆਂ ਦੇ ਕੱਪੜੇ ਲੀੜਿਆਂ ਬਾਰੇ ਸੋਚਾਂਗੇ। ਆਪਾਂ ਬਜ਼ੁਰਗ ਨੂੰ ਕਦੇ ਨਹੀਂ ਪੁੱਛਦੇ ਹੈਗੇ ਕਿ ਤੁਹਾਨੂੰ ਕੱਪੜੇ ਲੀੜੇ ਦੀ ਜ਼ਰੂਰਤ ਹੈ ਜਾਂ ਨਹੀਂ ਹੈ। ਸਰੀਰ ਇਜਾਜ਼ਤ ਨਹੀਂ ਦਿੰਦਾ ਹੁੰਦਾ, ਫਿਰ ਵੀ ਉਹ ਕਰਦਾ ਇੰਨਾ ਕੰਮ ਕਰਨਗੇ ਕਿ ਉਹਨਾਂ ਨੂੰ ਲੱਗੇ ਕਿ ਚਾਹੇ ਕੰਮ ਦੇ ਬਹਾਨੇ ਹੀ ਸਹੀ, ਮੇਰੀ ਮੌਜੂਦਗੀ ਇਸ ਘਰ 'ਚ ਇਹਨਾਂ ਨੂੰ ਜ਼ਰੂਰੀ ਹੋਣੀ ਚਾਹੀਦੀ ਹੈ, ਹੈ ਨਾ। ਜਿਵੇਂ ਆਪਣੇ ਨਾ ਪਿੰਡਾਂ 'ਚ ਕਹਿੰਦੇ ਨਹੀਂ ਹੁੰਦੇ ਵੀ ਜੇ ਮੇਰਾ ਬੰਦਾ ਨਹੀਂ ਰਿਹਾ ਤਾਂ ਹੁਣ ਮੇਰੀ ਕਦਰ ਵੀ ਨਹੀਂ ਰਹੀ ਹੈਗੀ, ਹੈ ਨਾ। ਕਈ ਵਾਰੀ ਤੈਨੂੰ ਪਤਾ ਕਈ ਘਰਾਂ ਦੇ ਵਿੱਚ ਤਾਂ ਸਬਜ਼ੀ ਲੈਣ ਦੇ ਲਈ ਵੀ ਮਤਲਬ ਵੱਡੇ ਬਜ਼ੁਰਗ ਤੁਹਾਡੇ ਮੂਹਰੇ ਹੱਥ ਕਰਦੇ ਨੇ, ਹੱਥ ਕਰਦੇ। ਈਵਨ ਜਿਨ੍ਹਾਂ ਨੇ ਸਾਰੀ ਉਮਰ ਕਮਾਇਆ ਹੁੰਦਾ, ਪੈਨਸ਼ਨ ਲੈ ਰਹੇ ਹੁੰਦੇ ਨੇ, ਤਾਂ ਉਹਨਾਂ ਕੋਲੇ ਆਪਦੇ ਪੈਸੇ ਤੇ ਵੀ ਆਪਣਾ ਹੱਕ ਨਹੀਂ ਰਿਹਾ ਹੁੰਦਾ। ਜਦੋਂ ਤੁਹਾਨੂੰ ਕਿਸੇ ਚੀਜ਼ ਲਈ ਕਿਸੇ ਤੋਂ ਪੁੱਛਣਾ ਨਹੀਂ ਪੈਂਦਾ, ਦੱਸਣਾ ਨਹੀਂ ਪੈਂਦਾ, ਫਿਰ ਤੁਹਾਨੂੰ ਲੱਗਦਾ ਕਿ ਉਸ ਬੰਦੇ ਦੀ ਉਨੀ ਕੀ ਅਹਿਮੀਅਤ ਆ ਜਿੰਨੀ ਕਿ ਤੁਸੀਂ ਸਮਝਦੇ ਹੋ। ਜਿਵੇਂ ਨਵਾਂ ਸਾਲ ਸੀ, ਬਹੁਤ ਸਾਰੇ ਲੋਕ ਨੇ ਜਿਹੜੇ ਕਿ ਘੁੰਮਣ ਗਏ, ਨਵਾਂ ਸਾਲ ਮਨਾਉਣ ਗਏ, ਹਨਾ। ਆਪਾਂ ਆਪਣੇ ਜਸ਼ਨ ਦੇ ਵਿੱਚ ਵੀ ਬਜ਼ੁਰਗਾਂ ਨੂੰ ਨਹੀਂ ਸ਼ਾਮਿਲ ਕਰਦੇ, ਹਨਾ। ਆਪਾਂ ਤੁਸੀਂ ਆਮ ਹੀ ਦੇਖਿਆ ਹੋਊਗਾ, ਜਿਵੇਂ ਆਪਣੇ ਘਰ 'ਚ ਜਿਹੜੇ ਨਿਆਣੇ ਨੇ ਉਹਨਾਂ ਨੂੰ ਕਈ ਵਾਰ ਆਪਾਂ ਇਹ ਜਤਾਉਂਦੇ ਦੇਖਿਆ ਕਿ ਸਾਡੇ ਨਾਲੋਂ ਵੀ ਜ਼ਿਆਦਾ ਉਹਨਾਂ ਨੂੰ ਦਾਦੇ ਦਾਦੀਆਂ ਦਾ ਪਿਆਰ ਆਉਂਦਾ, ਹੈ ਨਾ। ਉਹਨਾਂ ਦੇ ਮੂੰਹੋਂ ਸੁਣਦੇ ਆ ਕਿ ਸਾਨੂੰ ਸਾਡੇ ਮੂਲ ਨਾਲੋਂ ਵਿਆਜ ਪਿਆਰਾ, ਹੈ ਨਾ, ਕਿ ਸਾਨੂੰ ਆਪਦੇ ਬੱਚਿਆਂ ਨਾਲੋਂ ਉਹਨਾਂ ਦੇ ਗਾਹਾਂ ਬੱਚਿਆਂ ਦਾ ਪਿਆਰ ਜ਼ਿਆਦਾ ਆਉਂਦਾ ਨਾ। ਕਈ ਘਰਾਂ 'ਚ ਮਾਵਾਂ ਇਕੱਲੀਆਂ ਹੁੰਦੀਆਂ ਨੇ, ਉਹ ਕਹਿਣਗੀਆਂ ਵੀ ਹਰ ਘਰ 'ਚ ਇੱਕ ਧੀ ਹੋਣੀ ਚਾਹੀਦੀ ਆ, ਹੈ ਨਾ। ਫਿਰ ਉਹ ਆਪਦੀਆਂ ਕੁੜੀਆਂ ਨਾਲ ਦੁੱਖ ਸੁੱਖ ਕਰਦੀਆਂ ਨੇ, ਅਤੇ ਕੁੜੀਆਂ ਨੂੰ ਮਾਵਾਂ ਨਾਲ ਬਹੁਤ ਪਿਆਰ ਹੁੰਦਾ, ਚਾਹੇ ਪਿਓ ਵੀ ਇਕੱਲਾ ਰਹਿ ਜੇ, ਉਹ ਜਾ ਕੇ ਉਹਨਾਂ ਦਾ ਦੁੱਖ ਸੁੱਖ ਸੁਣਦੀਆਂ ਨੇ, ਹੈ ਨਾ। ਜਨਾਨੀਆਂ ਇੰਨੇ ਇੱਕ ਨਾ ਸਮਝੀ ਵਾਲੇ ਫੈਸਲੇ ਲੈਂਦੀਆਂ ਨੇ ਜ਼ਿੰਦਗੀ 'ਚ ਕਿ ਸਾਰੀ ਉਮਰ ਕਰੀ ਜਾਣਗੀਆਂ ਵੀ ਗਹਿਣੇ ਹੁੰਦੇ ਨੇ ਜਿਹੜੇ ਜਨਾਨੀ ਦਾ ਦੂਜਾ ਖਸਮ ਹੁੰਦਾ, ਹੈ ਨਾ। ਅਤੇ ਜਦੋਂ ਮੁੰਡਾ ਵਿਆਹ ਲਿਆ, ਕੁੜੀ ਵਿਆਹ ਲਈ, ਜੇ 4 ਟੂਮਾਂ ਵੀ ਨੇ ਨਾ, ਆਹ 2 ਤੇਰੀਆਂ, 2 ਤੇਰੀਆਂ, 2 ਤੇਰੀਆਂ। ਪੂਰੇ ਪਰਿਵਾਰ ਨੂੰ ਹੀ ਇਹ ਚੀਜ਼ ਸਮਝਣੀ ਚਾਹੀਦੀ ਆ ਕਿ ਇੱਕ ਜਿਹੜਾ ਬੰਦਾ ਉਹ ਕਿਤੇ ਸਾਡੇ ਸਾਰਿਆਂ 'ਚ ਹੁੰਦਾ ਹੋਇਆ ਵੀ ਇਕੱਲਾ ਮਹਿਸੂਸ ਤਾਂ ਨਹੀਂ ਕਰ ਰਿਹਾ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ ਤੇ ਗੱਲ ਦਾ ਨਵਾਂ ਐਪੀਸੋਡ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਕਿ ਜਿਹੜੇ ਗੱਲ ਤੇ ਗੱਲ ਦੇ ਵਿਸ਼ੇ ਨੇ, ਤਾਂ ਉਹ ਕਈ ਵਾਰੀ ਜਿਵੇਂ ਤੁਹਾਡੇ ਵੱਲੋਂ ਕੋਈ ਵੀ ਇੱਕ ਦਰਸ਼ਕ ਆ, ਕਈ ਵਾਰੀ ਉਹ ਮੈਸੇਜ ਭੇਜ ਦਿੰਦਾ, ਸੁਨੇਹਾ ਭੇਜ ਦਿੰਦਾ ਕਿ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰੀਏ, ਜਾਂ ਫਿਰ ਜਦੋਂ ਅਸੀਂ ਕਿਤੇ ਕਿਸੇ ਦੇ ਨਾਲ ਬੈਠੇ ਹਾਂ, ਗਾਹੇ ਬਗਾਹੇ ਕੋਈ ਵੀ ਇਨਸਾਨ ਕਹਿ ਜਾਂਦਾ ਕਿ ਇਸ ਵਿਸ਼ੇ ਦੇ ਉੱਪਰ ਤੁਸੀਂ ਜ਼ਰੂਰ ਗੱਲਬਾਤ ਕਰਿਓ, ਜਾਂ ਫਿਰ ਕਈ ਵਾਰੀ ਤੁਹਾਡਾ ਆਪਣਾ ਹੀ ਨਿੱਜੀ ਤਜਰਬਾ ਹੁੰਦਾ ਹੈ, ਜਾਂ ਫਿਰ ਮਤਲਬ ਇੱਧਰ ਉੱਧਰ ਤੁਰਦਿਆਂ ਫਿਰਦਿਆਂ ਲੋਕਾਂ ਨੂੰ ਮਿਲਦਿਆਂ ਜਾਂ ਚੀਜ਼ਾਂ ਦੇਖਦਿਆਂ ਹੋਇਆ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਤਾਂ ਬਹੁਤ ਛੋਟੀ ਜਿਹੀ ਆ, ਪਰ ਇਹਦੇ 'ਤੇ ਗੱਲ ਹੋਣੀ ਬਹੁਤ ਜ਼ਰੂਰੀ ਹੈ, ਇਹ ਵਿਸ਼ਾ ਵੀ ਗੌਰ ਮੰਗਦਾ ਆ। ਸੋ ਉਹਨਾਂ ਵਿਸ਼ਿਆਂ ਦੇ ਵਿੱਚੋਂ ਇੱਕ ਵਿਸ਼ਾ ਇਹ ਆ ਕਿ ਸਾਡੇ ਘਰਾਂ ਦੇ ਵਿੱਚ, ਮੈਕਸੀਮਮ ਘਰਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ, ਕਿਉਂਕਿ ਹੁਣ ਉਮਰਾਂ ਬੜੀਆਂ ਛੋਟੀਆਂ ਰਹਿ ਗਈਆਂ ਨੇ, ਤਾਂ ਕਈ ਵਾਰੀ ਜਿਹੜੇ ਬਜ਼ੁਰਗ ਇਕੱਲੇ ਰਹਿ ਜਾਂਦੇ ਨੇ। ਤਾਂ ਮੈਂ ਚਾਹੁੰਦੀ ਸੀਗੀ ਕਿ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਕੋਸ਼ਿਸ਼ ਕਰੀਏ ਕਿ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰੀਏ ਕਿ ਜਿਨ੍ਹਾਂ ਘਰਾਂ ਦੇ ਵਿੱਚ ਬਜ਼ੁਰਗ ਇਕੱਲੇ ਰਹਿ ਜਾਂਦੇ ਨੇ, ਭਾਵ ਕਿ ਜਿਨ੍ਹਾਂ ਦਾ ਹਮਸਫਰ ਦੁਨੀਆ 'ਤੇ ਨਹੀਂ ਰਹਿੰਦਾ, ਅਤੇ ਉਹ ਬਾਅਦ 'ਚੋਂ ਆਪਣੇ ਪਰਿਵਾਰਾਂ ਦੇ ਵਿੱਚ, ਚਾਹੇ ਉਹ ਦਾਦੀ ਆ, ਨਾਨੀ ਆ, ਜਾਂ ਦਾਦਾ ਆ, ਚਾਹੇ ਉਹ ਨਾਨਾ ਆ, ਆਪਣੇ ਪਰਿਵਾਰਾਂ ਦੇ ਵਿੱਚ ਬੱਚਿਆਂ ਦੇ ਨਾਲ ਰਹਿੰਦੇ ਨੇ। ਅਤੇ ਇਹ ਵੀ ਦੇਖਣ ਨੂੰ ਆਉਂਦਾ ਕਿ ਬਜ਼ੁਰਗਾਂ ਦੀ ਸ਼ੁਰੂ ਤੋਂ ਹੀ, ਮੈਂ ਇਹ ਨਹੀਂ ਕਹਿੰਦੀ ਕੋਈ ਇੱਕ ਹਾਲਾਤ ਬਣਦੇ ਹੋਣਗੇ ਤਾਂ ਉਹ ਆਪਣੇ ਪੋਤੇ ਦੋਹਤਿਆਂ ਦੇ ਜ਼ਿਆਦਾ ਨੇੜੇ ਆ ਜਾਂਦੇ ਨੇਗੇ, ਕਿ ਆਪਾਂ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਕਿ ਬਜ਼ੁਰਗਾਂ ਦਾ ਘਰ ਦੇ ਬੱਚਿਆਂ ਦੇ ਨਾਲ ਬਹੁਤ ਪਿਆਰ ਹੁੰਦਾ। ਪਰ ਇੱਕ ਜਿਹੜਾ ਕਾਰਨ ਇਹ ਵੀ ਹੈਗਾ ਕਿ ਜਦੋਂ ਬਜ਼ੁਰਗ ਘਰ ਦੇ ਵਿੱਚ ਇਕੱਲਾ ਹੁੰਦਾ ਤਾਂ ਉਹਨੂੰ ਇਹ ਲੱਗਦਾ ਕਿ ਮੇਰੀ ਮੌਜੂਦਗੀ ਹੈ ਜਿਹੜੀ, ਉਹ ਅਗਰ ਇਸ ਘਰ ਦੇ ਬੱਚੇ ਦੇ ਨਾਲ ਮੇਰੀ ਅਟੈਚਮੈਂਟ ਹੋਊਗੀ, ਜਾਂ ਉਹਨਾਂ ਨੂੰ ਇਹ ਲੱਗਦਾ ਕਿ ਮੇਰੇ ਸਮਾਂ ਬਤੀਤ ਕਰਨ ਦਾ ਜਿਹੜਾ ਸਭ ਤੋਂ ਜ਼ਿਆਦਾ ਵਧੀਆ ਜ਼ਰੀਆ ਹੈ ਉਹ ਘਰ ਦੇ ਬੱਚੇ ਨੇ। ਸੋ ਇਸ ਕਰਕੇ ਉਹਨਾਂ ਦੇ ਘਰ ਦੇ ਬੱਚਿਆਂ ਦੇ ਨਾਲ ਇੱਕ ਕਾਰਨ ਇਹ ਵੀ ਹੈਗਾ ਕਿ ਉਹਨਾਂ ਦੀ ਨੇੜਤਾ ਕਾਫੀ ਜ਼ਿਆਦਾ ਹੁੰਦੀ ਆ। ਮੈਂ ਨਹੀਂ ਕਹਿੰਦੀ ਕਿ ਜਿੱਥੇ ਦੋਵੇਂ ਬਜ਼ੁਰਗ ਹੁੰਦੇ ਨੇ ਘਰਾਂ ਦੇ ਵਿੱਚ ਉੱਥੇ ਨਹੀਂ ਹੁੰਦੀ, ਉੱਥੇ ਵੀ ਹੁੰਦੀ ਆ, ਪਰ ਮੈਕਸੀਮਮ ਜਦੋਂ ਆਪਾਂ ਦੇਖਦੇ ਹਾਂ ਕਿ ਜਦੋਂ ਬਜ਼ੁਰਗ ਘਰਾਂ ਦੇ ਵਿੱਚ ਇਕੱਲੇ ਰਹਿ ਜਾਂਦੇ ਨੇ ਤਾਂ ਉਹਨਾਂ ਦੀ ਬੱਚਿਆਂ ਦੇ ਨਾਲ ਨੇੜਤਾ ਕਾਫੀ ਜ਼ਿਆਦਾ ਹੁੰਦੀ ਆ। ਅਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ 'ਤੇ ਗੱਲ ਕਰਨੀ ਬਣਦੀ ਆ, ਅਤੇ ਮੈਂ ਅੱਜ ਕੋਸ਼ਿਸ਼ ਕਰੂੰਗੀ, ਮੈਂ ਤੇ ਰੁਪਿੰਦਰ ਭੈਣ, ਕਿ ਇਸ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰ ਸਕੀਏ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ, ਕੀ ਹਾਲ ਆ? ਵਧੀਆ, ਠੀਕ ਠਾਕ। ਮੈਨੂੰ ਪਤਾ ਨਹੀਂ ਕਿ ਆਪਾਂ 2 ਵਾਰੀ ਪ੍ਰੋਗਰਾਮ ਸ਼ੁਰੂ ਕਰ ਲਿਆ ਵੀ ਮੈਂ
ਹਾਲੇ ਤੱਕ ਵੀ ਮੈਂ ਉਹ ਸਪਸ਼ਟ ਕਰ ਸਕੀ ਹਾਂ ਜਾਂ ਨਹੀਂ ਕਰ ਸਕੀ ਵੀ ਜਿਹੜਾ ਇੱਕ ਮਕਸਦ ਸੀਗਾ ਇਸ ਵਿਸ਼ੇ ਤੇ ਗੱਲਬਾਤ ਕਰਨ ਦਾ। ਜਿਵੇਂ ਆਪਾਂ ਪਿਛਲੀ ਵਾਰ ਜਦੋਂ ਗੱਲ ਤੇ ਗੱਲ ਸ਼ੁਰੂ ਕਰਨਾ ਸੀ ਤਾਂ ਮੈਂ ਜਦੋਂ ਰਸਤੇ 'ਚ ਆਉਂਦੀ ਸੋਚਦੀ ਸੀਗੀ ਕਿ ਆਪਣੇ ਕੋਲੇ ਸਾਰਿਆਂ ਕੋਲੇ ਮਤਲਬ ਕਿ ਲਾਈਫ ਪਾਰਟਨਰ ਹੁੰਦੇ ਨੇ, ਹੈ ਨਾ। ਅਤੇ ਜਦੋਂ ਆਪਣੀ ਕੋਈ ਵੀ ਗੱਲ ਹੁੰਦੀ ਆ ਘਰ ਦੀ ਜਾਂ ਬਾਹਰ ਦੀ, ਆਪਾਂ ਭੱਜ ਕੇ ਜਾ ਕੇ ਪਹਿਲਾਂ ਆਪਾਂ ਆਪਦੇ ਹਮਸਫਰ ਨੂੰ ਦੱਸਦੇ ਹਾਂ, ਹੈ ਨਾ। ਜੇ ਕਿਤੇ ਆਪਾਂ ਬਾਹਰ ਅੰਦਰ ਵੀ ਹੁੰਦੇ ਹਾਂ, ਕੋਈ ਗੱਲ ਹੋ ਜਾਵੇ ਤਾਂ ਆਪਾਂ ਫਟਾਫਟ ਸਭ ਤੋਂ ਪਹਿਲੀ ਕਾਲ ਉਹਨਾਂ ਨੂੰ ਹੀ ਕਰਦੇ ਹਾਂ, ਹੈ ਨਾ, ਜਾਂ ਉਹ ਆਪਾਂ ਨੂੰ ਕਰਦੇ ਨੇਗੇ। ਮੈਂ ਸੋਚਦੀ ਹੁੰਦੀ ਹਾਂ ਵੀ ਜਿਵੇਂ ਘਰਾਂ 'ਚ ਜਿਹੜੇ ਬਜ਼ੁਰਗਾਂ ਦੇ ਹਮਸਫਰ ਨਹੀਂ ਰਹਿੰਦੇ, ਜਿਹੜੇ ਬਜ਼ੁਰਗ ਇਕੱਲੇ ਰਹਿੰਦੇ ਨੇਗੇ, ਹੈ ਨਾ, ਤਾਂ ਉਹ ਕੀ ਸੋਚਦੇ ਹੋਣਗੇ, ਜਾਂ ਉਹਨਾਂ ਦੀ ਜ਼ਿੰਦਗੀ, ਜਾਂ ਉਹ ਇਹ ਸਾਰੀਆਂ ਚੀਜ਼ਾਂ, ਜਾਂ ਫਿਰ ਆਪਣੇ ਹਮਸਫਰ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਖਾਸ ਇਨਸਾਨ ਕੌਣ ਹੁੰਦਾ ਹੋਊਗਾ, ਹੈ ਨਾ। ਸੋ ਮੈਂ ਚਾਹੁੰਦੀ ਸੀ ਕਿ ਆਪਾਂ ਇਸ ਵਿਸ਼ੇ 'ਤੇ ਗੱਲਬਾਤ ਕਰੀਏ। ਗੁਰਦੀਪ, ਮੇਨ ਤਾਂ ਜਿਹੜੀ ਚੀਜ਼ ਆਪਾਂ ਕਹਿਣਾ ਚਾਹੁੰਦੇ ਹਾਂ ਜਾਂ ਜਿਸ ਚੀਜ਼ 'ਤੇ ਆਪਾਂ ਗੱਲ ਕਰਨਾ ਚਾਹੁੰਦੇ ਹਾਂ ਇਹੀ ਹੈ ਕਿ ਜਦੋਂ ਕੋਈ ਬੰਦਾ ਆਪਣਾ ਜੀਵਨ ਸਾਥੀ ਗਵਾ ਦਿੰਦਾ, ਹੈ ਨਾ, ਅਤੇ ਉਹਦਾ ਇੱਕ ਪਰਿਵਾਰ ਹੁੰਦਾ, ਬਸ ਉਸ ਪਰਿਵਾਰ 'ਚ ਉਹਦੀ ਅਹਿਮੀਅਤ ਆ ਨਾ ਜਿਹੜੀ ਹੌਲੀ ਹੌਲੀ ਘੱਟ ਜਾਂਦੀ ਆ, ਹੈ ਨਾ। ਅਤੇ ਉਹ ਚਾਹੇ ਕਹਿ ਲਓ ਕਿ ਉਮਰ ਦੇ ਹਿਸਾਬ ਨਾਲ, ਜਾਂ ਇਹ ਹੁੰਦਾ ਕਿ ਜਦੋਂ ਆਪਾਂ ਕਹਿ ਦਿੰਦੇ ਹਾਂ ਖੁਦ ਮੁਖਤਿਆਰੀ ਬੱਚਿਆਂ ਦੇ ਹੱਥ ਆ ਜਾਂਦੀ ਆ, ਹੈ ਨਾ। ਜਦੋਂ ਤੁਹਾਨੂੰ ਕਿਸੇ ਚੀਜ਼ ਲਈ ਕਿਸੇ ਤੋਂ ਪੁੱਛਣਾ ਨਹੀਂ ਪੈਂਦਾ, ਦੱਸਣਾ ਨਹੀਂ ਪੈਂਦਾ, ਫਿਰ ਤੁਹਾਨੂੰ ਲੱਗਦਾ ਕਿ ਉਸ ਬੰਦੇ ਦੀ ਉਨੀ ਕੀ ਅਹਿਮੀਅਤ ਆ ਜਿੰਨੀ ਕੁ ਤੁਸੀਂ ਸਮਝਦੇ ਹੋ। ਅਤੇ ਉਹ ਜ਼ਿਆਦਾਤਰ ਸੱਚੀ ਆਪਾਂ ਘਰਾਂ 'ਚ ਬਜ਼ੁਰਗਾਂ ਨਾਲ ਕਰਦੇ ਹਾਂ ਇਹ ਚੀਜ਼ਾਂ, ਕਿ ਜਦੋਂ ਕੋਈ ਮਤਲਬ ਜਨਾਨੀ, ਉਹਦਾ ਜੀਵਨ ਸਾਥੀ ਦੁਨੀਆ 'ਤੇ ਨਾ ਹੋਵੇ ਜਾਂ ਬੰਦਾ, ਤਾਂ ਸਾਨੂੰ ਇਹੀ ਲੱਗਦਾ ਹੁੰਦਾ ਕਿ ਘਰ ਦੇ ਜ਼ਰੂਰੀ ਫੈਸਲਿਆਂ 'ਚ ਜਾਂ ਘਰ ਦੇ ਬਹੁਤ ਜ਼ਰੂਰੀ ਅਹਿਮ ਚੀਜ਼ਾਂ 'ਚ ਉਹਦੀ ਮੌਜੂਦਗੀ ਹੋਣੀ ਜਾਂ ਨਾ ਹੋਣੀ ਇੱਕ ਬਰਾਬਰ ਹੋ ਜਾਂਦੀ ਹੈ, ਹੈ ਨਾ। ਅਤੇ ਇਕੱਲਾ ਬੰਦਾ ਕੋਈ ਵੀ ਹੋਵੇ, ਚਾਹੇ ਆਪਾਂ ਇਸ ਉਮਰ 'ਚ ਵੀ ਹੋਈਏ, ਆਪਾਂ ਮਾਨਸਿਕ ਤੌਰ 'ਤੇ ਕਮਜ਼ੋਰ ਮਹਿਸੂਸ ਕਰਦੇ ਹਾਂ। ਅਤੇ ਮੈਨੂੰ ਲੱਗਦਾ ਉਸ ਉਮਰ 'ਚ ਜਿੱਥੇ ਆਪਾਂ ਨੂੰ ਇਹ ਪਤਾ ਹੁੰਦਾ ਕਿ ਆਉਣ ਵਾਲੇ ਕੁਝ ਕੁ ਸਾਲਾਂ 'ਚ ਮੈਂ ਸਰੀਰਕ ਤੌਰ 'ਤੇ ਵੀ ਇਹਨਾਂ 'ਤੇ ਡਿਪੈਂਡ ਹੋ ਜਾਊਂਗਾ, ਤਾਂ ਉੱਥੇ ਫਿਰ ਸੱਚੀ ਬਹੁਤ ਸਾਰੇ ਲੋਕ ਇਹੀ ਕਰਦੇ ਆ ਕਿ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਲੱਗਦਾ ਹੁੰਦਾ ਕਿ ਕੋਈ ਨਾ ਕੋਈ ਕਾਰਨ ਮੈਂ ਬਣਾ ਕੇ ਰੱਖਾਂ ਜਿਹਦੇ ਨਾਲ ਇਹਨਾਂ ਨੂੰ ਹਮੇਸ਼ਾ ਮੇਰੀ ਲੋੜ ਮਹਿਸੂਸ ਹੁੰਦੀ ਰਹੇ, ਹੈ ਨਾ। ਤੇ ਉਹ ਫਿਰ ਘਰ ਦੇ ਵਿੱਚ ਮੇਰੀ ਮੌਜੂਦਗੀ ਵੀ ਇਹਨਾਂ ਨੂੰ ਚੰਗੀ ਲੱਗੇ, ਜਾਂ ਮੇਰਾ ਹੋਣਾ ਇਹਨਾਂ ਨੂੰ ਜ਼ਰੂਰੀ ਲੱਗੇ। ਤੇ ਉਹ ਫਿਰ ਕਈ ਵਾਰੀ ਨਾ ਬਜ਼ੁਰਗ ਇੱਦਾਂ ਹੀ ਕਰਦੇ ਆ, ਜਾਂ ਤਾਂ ਉਹ ਤੁਹਾਡੇ ਨਿਆਣਿਆਂ ਦਾ ਬਹੁਤ ਜ਼ਿਆਦਾ ਲੋੜ ਤੋਂ ਜ਼ਿਆਦਾ ਧਿਆਨ ਰੱਖਣ ਲੱਗ ਜਾਂਦੇ ਆ ਨਾ। ਆਪਾਂ ਤੁਸੀਂ ਆਮ ਹੀ ਦੇਖਿਆ ਹੋਊਗਾ, ਜਿਵੇਂ ਆਪਣੇ ਘਰ 'ਚ ਜਿਹੜੇ ਨਿਆਣੇ ਨੇ ਉਹਨਾਂ ਨੂੰ ਕਈ ਵਾਰ ਆਪਾਂ ਇਹ ਜਤਾਉਂਦੇ ਦੇਖਿਆ ਕਿ ਸਾਡੇ ਨਾਲੋਂ ਵੀ ਜ਼ਿਆਦਾ ਉਹਨਾਂ ਨੂੰ ਦਾਦੇ ਦਾਦੀਆਂ ਦਾ ਪਿਆਰ ਆਉਂਦਾ, ਹੈ ਨਾ। ਅਤੇ ਉਹਦਾ ਕਾਰਨ ਇਹੀ ਹੈ ਕਿ ਬੰਦਾ ਉਹਨਾਂ ਦੇ ਜ਼ਿਆਦਾ ਨੇੜੇ ਹੋ ਜਾਂਦਾ, ਜਾਂ ਫਿਰ ਉਹ ਕਈ ਵਾਰੀ ਉਹਨਾਂ ਦਾ ਸਰੀਰ ਇਜਾਜ਼ਤ ਨਹੀਂ ਦਿੰਦਾ ਹੁੰਦਾ, ਫਿਰ ਵੀ ਉਹ ਘਰ ਦਾ ਇੰਨਾ ਕੰਮ ਕਰਨਗੇ ਕਿ ਉਹਨਾਂ ਨੂੰ ਲੱਗੇ ਕਿ ਚਾਹੇ ਕੰਮ ਦੇ ਬਹਾਨੇ ਹੀ ਸਹੀ, ਮੇਰੀ ਮੌਜੂਦਗੀ ਇਸ ਘਰ 'ਚ ਇਹਨਾਂ ਨੂੰ ਜ਼ਰੂਰੀ ਹੋਣੀ ਚਾਹੀਦੀ ਹੈ, ਹੈ ਨਾ। ਅਤੇ ਇਹ ਬਹੁਤ ਸਾਰੇ ਘਰਾਂ 'ਚ ਹੁੰਦਾ ਏ। ਆਪਾਂ ਐਵੇਂ ਨਹੀਂ ਕਹਿੰਦੇ ਕਿ ਜਦੋਂ ਮਾਵਾਂ ਹੁੰਦੀਆਂ ਨੇ, ਕਈ ਘਰਾਂ 'ਚ ਮਾਵਾਂ ਇਕੱਲੀਆਂ ਹੁੰਦੀਆਂ ਨੇ, ਉਹ ਕਹਿਣਗੀਆਂ ਵੀ ਹਰ ਘਰ 'ਚ ਇੱਕ ਧੀ ਹੋਣੀ ਚਾਹੀਦੀ ਆ, ਹੈ ਨਾ। ਫਿਰ ਉਹ ਆਪਦੀਆਂ ਕੁੜੀਆਂ ਨਾਲ ਦੁੱਖ ਸੁੱਖ ਕਰਦੀਆਂ ਨੇ, ਅਤੇ ਕੁੜੀਆਂ ਨੂੰ ਮਾਵਾਂ ਨਾਲ ਬਹੁਤ ਪਿਆਰ ਹੁੰਦਾ, ਚਾਹੇ ਪਿਓ ਵੀ ਇਕੱਲਾ ਰਹਿ ਜੇ, ਉਹ ਜਾ ਕੇ ਉਹਨਾਂ ਦਾ ਦੁੱਖ ਸੁੱਖ ਸੁਣਦੀਆਂ ਨੇ, ਹੈ ਨਾ। ਪਰ ਉਸ ਤੋਂ ਬਾਅਦ ਹੈਰਾਨੀ ਇਸ ਚੀਜ਼ 'ਤੇ ਹੁੰਦੀ ਹੈ ਕਿ ਉਹੀ ਕੁੜੀਆਂ ਜਦੋਂ ਦੂਜੇ ਘਰ ਜਿੱਥੇ ਉਹ ਵਿਆਹੀਆਂ ਹੁੰਦੀਆਂ ਨੇ, ਉੱਥੇ ਜਿਹੜੇ ਘਰ 'ਚ ਕੋਈ ਚਾਹੇ ਮਾਂ ਇਕੱਲੀ ਆ, ਚਾਹੇ ਪਿਓ ਇਕੱਲੀ ਆ, ਈਵਨ ਚਾਹੇ ਦੋਵੇਂ ਵੀ ਹੋਣ, ਉੱਥੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਇਗਨੋਰ ਕਰਦੀਆਂ ਨੇ, ਹੈ ਨਾ। ਪਰ ਤੁਹਾਨੂੰ ਇਹ ਨਹੀਂ ਲੱਗਦਾ ਭੈਣੇ ਕਿ ਇਹ ਜ਼ਿੰਮੇਵਾਰੀ ਤਾਂ ਪਰਿਵਾਰ ਦੇ ਹਰ ਮੈਂਬਰ ਦੀ ਹੋਣੀ ਚਾਹੀਦੀ ਆ? ਚਾਹੇ ਜਿਵੇਂ ਹੁਣ ਚਲੋ ਇਹ ਨਹੀਂ ਕਹਿੰਦੇ ਕਿ ਕਿਸੇ ਤੇ ਉਦੋਂ ਹੀ ਵਕਤ ਪਊਗਾ ਜਦੋਂ ਉਹਨਾਂ ਦੇ ਪੋਤੇ ਦੋਤੇ ਛੋਟੇ ਛੋਟੇ ਨੇਗੇ, ਪਰ ਕਈ ਪਰਿਵਾਰਾਂ ਦੇ ਵਿੱਚ ਆਪਾਂ ਦੇਖਿਆ ਕਿ ਪੋਤੇ ਪੋਤੀਆਂ ਨੇ ਦਾਦੇ ਦਾਦੀਆਂ ਲਈ, ਜਾਂ ਨਾਨੇ ਦੋਤੇ ਦੋਤੀਆਂ ਨੇ ਨਾਨੇ ਨਾਨੀਆਂ ਦੇ ਲਈ ਸਮਾਂ ਬੜਾ ਸੋਹਣਾ ਬਣਾਤਾ, ਹੈ ਨਾ। ਜਾਂ ਆਪਾਂ ਕਹਿੰਦੇ ਕਿ ਹਾਂ, ਆਪਾਂ ਉਹਨਾਂ ਦੇ ਮੂੰਹੋਂ ਸੁਣਦੇ ਹਾਂ ਕਿ ਸਾਨੂੰ ਸਾਡੇ ਮੂਲ ਨਾਲੋਂ ਵਿਆਜ ਪਿਆਰਾ, ਹੈ ਨਾ, ਕਿ ਸਾਨੂੰ ਆਪਦੇ ਬੱਚਿਆਂ ਨਾਲੋਂ ਉਹਨਾਂ ਦੇ ਗਾਹਾਂ ਬੱਚਿਆਂ ਦਾ ਪਿਆਰ ਜ਼ਿਆਦਾ ਆਉਂਦਾ ਨਾ। ਮੈਨੂੰ ਲੱਗਦਾ ਹੁੰਦਾ ਹੈ ਕਿ ਇਹ ਇਕੱਲੀ ਇੱਕ ਇਨਸਾਨ ਦੀ ਜਾਂ ਇੱਕ ਘਰ ਦੇ ਇੱਕ ਮੈਂਬਰ ਦੀ ਜ਼ਿੰਮੇਵਾਰੀ, ਜਾਂ ਘਰ ਦੀ ਜਿਹੜੀ ਜਿਵੇਂ ਕਹਿ ਲਓ ਵੀ ਨੂੰਹ ਆ ਜਾਂ ਕੁਛ ਵੀ ਆ ਨਾ, ਇੱਕ ਉਹਦੀ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ। ਪੂਰੇ ਪਰਿਵਾਰ ਨੂੰ ਹੀ ਇਹ ਚੀਜ਼ ਸਮਝਣੀ ਚਾਹੀਦੀ ਆ ਕਿ ਇੱਕ ਜਿਹੜਾ ਬੰਦਾ ਉਹ ਕਿਤੇ ਸਾਡੇ ਸਾਰਿਆਂ 'ਚ ਹੁੰਦਾ ਹੋਇਆ ਵੀ ਇਕੱਲਾ ਮਹਿਸੂਸ ਤਾਂ ਨਹੀਂ ਕਰ ਰਿਹਾ। ਇਹ ਨਾ ਜੇ ਆਪਾਂ ਕਰੀਏ ਵੀ, ਕਈ ਇਹ ਵੀ ਕਹਿ ਸਕਦੇ ਨੇ ਵੀ ਕਿ ਤੁਸੀਂ ਮਤਲਬ ਛੋਟੀਆਂ ਛੋਟੀਆਂ ਗੱਲਾਂ 'ਤੇ ਡਿਸਕਸ਼ਨ ਕਰਦੇ ਰਹਿੰਦੇ ਹੋ, ਪਰ ਮੈਨੂੰ ਲੱਗਦਾ ਹੁੰਦਾ ਨਾ ਵੀ ਇਹ ਛੋਟੀਆਂ ਛੋਟੀਆਂ ਗੱਲਾਂ ਕਿਸੇ ਦੀ ਜ਼ਿੰਦਗੀ ਲਈ ਬਹੁਤ ਮਾਇਨੇ ਰੱਖਦੀਆਂ ਹੁੰਦੀਆਂ ਨੇ। ਮੰਨ ਲਓ ਹੁਣ ਆਪਣੇ ਘਰ ਦੇ ਵਿੱਚ ਕੋਈ ਵਿਆਹ ਆਇਆ, ਹੈ ਨਾ, ਆਪਾਂ ਸਭ ਤੋਂ ਪਹਿਲਾਂ ਆਪਣੇ ਤੇ ਆਪਣੇ ਬੱਚਿਆਂ ਦੇ ਕੱਪੜੇ ਲੀੜਿਆਂ ਬਾਰੇ ਸੋਚਾਂਗੇ। ਆਪਾਂ ਬਜ਼ੁਰਗ ਨੂੰ ਕਦੇ ਨਹੀਂ ਪੁੱਛਦੇ ਹੈਗੇ ਕਿ ਤੁਹਾਨੂੰ ਕੱਪੜੇ ਲੀੜੇ ਦੀ ਜ਼ਰੂਰਤ ਹੈ ਜਾਂ ਨਹੀਂ ਹੈ, ਹੈ ਨਾ। ਆਪਾਂ ਨੂੰ ਇਹ ਲੱਗਦਾ ਹੁੰਦਾ ਵਾ ਵੀ ਇੰਨੇ ਕੱਪੜੇ ਸਮਾ ਕੇ ਤੁਸੀਂ ਕੀ ਕਰਨਾ ਵਾ, ਤੁਸੀਂ ਕਿਹੜੇ ਕਿਤੇ ਜਾਣਾ। ਚਾਹੇ ਤੁਹਾਡੇ ਦਿਮਾਗ 'ਚ ਨਾ ਵੀ ਹੋਵੇ ਇਹ ਚੀਜ਼, ਮੈਂ ਨਹੀਂ ਕਹਿੰਦੀ ਕਿ ਹਾਂ ਤੁਸੀਂ ਜਾਣ ਬੁੱਝ ਕੇ ਕਰਦੇ ਹੋਵੋਗੇ,
ਪਰ ਮੈਨੂੰ ਲੱਗਦਾ ਹੁੰਦਾ ਕਿ ਆਪਾਂ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਅੱਛਾ ਇਹਨਾਂ ਨੂੰ ਵੀ ਜ਼ਰੂਰਤ ਆ। ਬਹੁਤ ਟਾਈਮ ਬਾਅਦ ਜਾ ਕੇ ਆਪਣੇ ਦਿਮਾਗ 'ਚ ਇਹ ਚੀਜ਼ ਵੱਜਦੀ ਹੈ ਵੀ ਉਹ ਅੱਛਾ ਇਹਨਾਂ ਲਈ ਵੀ ਸੱਚ ਕੱਪੜੇ ਬਣਾਉਣੇ ਨੇ, ਹੈ ਨਾ। ਜਾਂ ਛੋਟੇ ਛੋਟੇ ਮੌਕੇ ਹੁੰਦੇ ਨੇਗੇ ਕਿ ਇਹ ਵੈਸੇ ਤਾਂ ਹਰ ਘਰ 'ਚ ਚਾਹੇ ਮਤਲਬ ਦੋਨੋਂ ਜਣੇ ਹੈਗੇ ਆ ਚਾਹੇ ਨਹੀਂ ਹੈਗੇ ਜਾਂ ਕੋਈ ਇਕੱਲਾ ਵਾ, ਮੈਂ ਕਹਿੰਦੀ ਆਪਾਂ ਨੂੰ ਹਮੇਸ਼ਾ ਹੀ ਕਰਨਾ ਚਾਹੀਦਾ। ਪਰ ਜਦੋਂ ਨਾ ਕਿਸ ਬੰਦੇ ਕੋਲੇ ਜੀਵਨ ਸਾਥੀ ਹੁੰਦਾ ਤਾਂ ਉਦੋਂ ਉਹਨੂੰ ਇੰਨਾ ਮਹਿਸੂਸ ਨਹੀਂ ਹੁੰਦਾ ਵੀ ਬੱਚੇ ਉਹਦਾ ਕਰਨ ਜਾਂ ਨਾ ਕਰਨ। ਪਰ ਜਦੋਂ ਇਨਸਾਨ ਇਕੱਲਾ ਰਹਿ ਜਾਂਦਾ, ਜਿਵੇਂ ਤੁਸੀਂ ਕਿਹਾ, ਚਾਹੇ ਉਹ ਜਨਾਨੀ ਆ ਚਾਹੇ ਬੰਦਾ, ਹੈ ਨਾ, ਪਰ ਉਹ ਵੀ ਜਿਵੇਂ ਇੱਕ ਨਿਆਣੇ ਵਾਂਗੂ ਖਾਸ ਧਿਆਨ ਸਾਨੂੰ ਮੈਨੂੰ ਲੱਗਦਾ ਕਿ ਰੱਖਣਾ ਚਾਹੀਦਾ ਉਹਨਾਂ ਦਾ, ਕਿ ਉਹਨਾਂ ਨੂੰ ਇਹ ਨਾ ਮਹਿਸੂਸ ਹੋਵੇ ਵੀ ਹੁਣ ਜਿਵੇਂ ਆਪਣੇ ਨਾ ਪਿੰਡਾਂ 'ਚ ਕਹਿੰਦੇ ਨਹੀਂ ਹੁੰਦੇ ਵੀ ਜੇ ਮੇਰਾ ਬੰਦਾ ਨਹੀਂ ਰਿਹਾ ਤਾਂ ਹੁਣ ਮੇਰੀ ਕਦਰ ਵੀ ਨਹੀਂ ਰਹੀ ਹੈਗੀ, ਹੈ ਨਾ। ਜਾਂ ਬੰਦੇ ਨੇ ਬਹੁਤੀ ਜਗ੍ਹਾ 'ਤੇ ਜਿਵੇਂ ਆਪਣੀ ਜਿਹੜੀ ਮੇਲ ਆਪਣੀ ਸੁਸਾਇਟੀ ਆ, ਉਹ ਕਈ ਵਾਰੀ ਘਰੇ ਜਨਾਨੀਆਂ ਨੂੰ ਕੋਈ ਗੱਲ ਕਹਿਣ ਤੋਂ ਵੀ ਪਰਹੇਜ਼ ਕਰਦੇ। ਮੰਨ ਲਓ ਉਹਨਾਂ ਦੀਆਂ ਨੂੰਹਾਂ ਨੇ ਜਾਂ ਕੁਛ ਵੀ, ਕਈ ਵਾਰੀ ਕਹਿਣ ਤੋਂ ਪਰਹੇਜ਼ ਵੀ ਕਰਦੇ ਨੇ। ਤਾਂ ਉੱਥੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਕਹਿ ਹੀ ਨਹੀਂ ਪਾਉਂਦੇ, ਹੈ ਨਾ। ਮੈਨੂੰ ਲੱਗਦਾ ਕਿ ਉਹਨਾਂ ਦੇ ਕਹਿਣ ਤੋਂ ਬਿਨਾਂ, ਬੋਲਣ ਤੋਂ ਬਿਨਾਂ ਸਾਨੂੰ ਇਹ ਚੀਜ਼ਾਂ ਮਹਿਸੂਸ ਕਰਨੀਆਂ ਚਾਹੀਦੀਆਂ ਨੇ ਕਿ ਬੰਦਾ ਜਿਹੜਾ ਜ਼ਿੰਦਗੀ 'ਚ ਇਕੱਲਾ ਰਹਿ ਗਿਆ, ਉਮਰ ਦੇ ਉਹ ਪੜਾਅ 'ਤੇ ਆ, ਹੈ ਨਾ, ਜਿੱਥੇ ਸ਼ਾਇਦ ਉਹਨੂੰ ਆਪਣੇ ਆਪ ਨੂੰ ਸੰਭਾਲਣਾ ਵੀ ਨਾ ਆਵੇ, ਹੈ ਨਾ, ਜਾਂ ਉਹ ਆਪਣੇ ਆਪ ਨੂੰ ਸਾਡੇ 'ਚ ਹੁੰਦਾ ਹੋਇਆ ਵੀ ਇਕੱਲਾ ਮਹਿਸੂਸ ਕਰੇ, ਤਾਂ ਅਸੀਂ ਆਪਣੇ ਆਪ ਉਹਨਾਂ ਨੂੰ ਸਮਝੀਏ, ਹੈ ਨਾ। ਗੁਰਦੀਪ, ਉਹੀ ਚੀਜ਼ਾਂ ਨੇ ਕਿ ਜਿਵੇਂ ਤੁਸੀਂ ਕਿਹਾ ਕਿ ਗੱਲ ਤਾਂ ਸਮਝਣ ਤੇ ਆ ਨਾ। ਕਈ ਵਾਰੀ ਆਪਾਂ ਨੂੰ ਐ ਲੱਗਦਾ ਹੁੰਦਾ ਕਿ ਇਸ ਉਮਰ 'ਚ ਜੀ 'ਚ ਆ ਗਏ ਨੇ, ਇਹਨਾਂ ਲਈ ਆਹ ਸਾਰੀਆਂ ਚੀਜ਼ਾਂ ਗੈਰ ਜ਼ਰੂਰੀ ਨੇ। ਹੁਣ ਜਿਸ ਏਜ 'ਚ ਆਪਾਂ ਨੂੰ ਲੱਗਦਾ ਕਿ ਉਹ ਹਰ ਬੰਦਾ ਜਿਹੜਾ ਕਮਾਉਂਦਾ ਉਹ ਆਪਦੇ ਫੈਸਲੇ ਆਪ ਕਰ ਸਕਦਾ, ਹੈ ਨਾ। ਅਤੇ ਮੇਨਲੀ ਆਪਾਂ ਪਰਿਵਾਰਾਂ 'ਚ ਵੀ ਇਹੀ ਚੀਜ਼ ਕਰਦੇ ਹਾਂ। ਕਿੰਨੇ ਕੁ ਲੋਕ ਨੇ ਜਿਹੜੇ ਘਰਾਂ 'ਚ ਮਤਲਬ ਚਾਹੇ ਮਾਂ ਹੈ ਚਾਹੇ ਪਿਓ ਆ ਚਾਹੇ ਦੋਵੇਂ ਨੇ, ਉਹਨਾਂ ਦੀ ਸਲਾਹ ਲੈਂਦੇ ਨੇ ਕਿਸੇ ਆਪਣੇ ਮਸਲੇ 'ਤੇ, ਹੈ ਨਾ। ਅੱਜ ਕੱਲ੍ਹ ਆਪਾਂ ਕੋਈ ਨਿਆਣਿਆਂ ਦਾ ਫੈਸਲਾ ਕਰਨਾ, ਮੰਨ ਲਓ ਆਪਾਂ ਨਿਆਣੇ ਨੂੰ ਸਕੂਲ ਹੀ ਪਾਉਣਾ, ਕਦੀ ਆਪਾਂ ਆਪਣੇ ਬਜ਼ੁਰਗਾਂ ਨੂੰ ਪੁੱਛਦੇ ਹਾਂ ਕਿ ਇਹਨੂੰ ਕਿਹੜੇ ਸਕੂਲ ਪਾਈਏ, ਹੈ ਨਾ। ਆਪਾਂ ਦੋਵੇਂ ਬੈਠ ਕੇ ਡਿਸਾਈਡ ਕਰ ਲੈਂਦੇ ਹਾਂ ਕਿ ਨਿਆਣੇ ਨੂੰ ਕਿਹੜੇ ਸਕੂਲ ਜਾਣਾ ਚਾਹੀਦਾ, ਹੈ ਨਾ। ਅਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਸਿਆਣੇ ਲੋਕ ਹੁੰਦੇ ਆ ਨਾ ਘਰਾਂ 'ਚ, ਉਹ ਤੁਹਾਨੂੰ ਕਦੇ ਨਹੀਂ ਕਹਿੰਦੇ ਵੀ ਸਾਡੀ ਇਸ ਗੱਲ ਨੂੰ ਮੰਨੋ ਹੀ ਮੰਨੋਗੇ। ਬਹੁਤ ਘੱਟ ਘਰਾਂ 'ਚ ਸ਼ਾਇਦ ਇੱਦਾਂ ਦਾ ਮਾਹੌਲ ਹੁੰਦਾ। ਪਰ ਜੇ ਤੁਸੀਂ, ਮੈਨੂੰ ਲੱਗਦਾ ਛੋਟੀ ਛੋਟੀ ਚੀਜ਼ 'ਚ, ਚਾਹੇ ਤੁਸੀਂ ਉਹਨਾਂ ਦੀ ਸਲਾਹ ਮੰਨਣੀ ਨਹੀਂ, ਪਰ ਜੇ ਤੁਸੀਂ ਉਹਨਾਂ ਨੂੰ ਸ਼ਾਮਿਲ ਕਰਦੇ ਹੋ ਤਾਂ ਸੱਚੀ ਉਹ ਬਹੁਤ ਸਕੂਨ 'ਚ ਹੁੰਦੇ ਨੇ, ਹੈ ਨਾ। ਅਤੇ ਖਾਸ ਕਰਕੇ ਜਨਾਨੀਆਂ ਲਈ ਇਹ ਚੀਜ਼ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਕਹਿੰਦੇ ਹੋ ਕਿ ਉਹ ਕਹਿ ਦਿੰਦੀਆਂ ਨੇ ਵੀ ਜਿਹਦੇ ਸਿਰ 'ਤੇ ਬੰਦਾ ਉਹਦੀ ਉਹ ਬੁੱਕਤ ਆ, ਹੈ ਨਾ। ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਜੇ ਮੇਰੇ ਸਿਰ 'ਤੇ ਬੰਦਾ ਨਹੀਂ ਤਾਂ ਮੇਰੀ ਘਰ 'ਚ ਸੁਣੀ ਨਹੀਂ ਜਾਊਗੀ। ਸੁਣੀ ਤਾਂ ਕੀ ਜਾਊ, ਕਈ ਵਾਰੀ ਉਹ ਆਪਣੀ ਛੋਟੀ ਛੋਟੀ ਜ਼ਰੂਰੀ ਚੀਜ਼ ਵੀ ਨਹੀਂ ਤੁਹਾਨੂੰ ਦੱਸਦੀਆਂ, ਜਾਂ ਉਹਨਾਂ ਨੇ ਕੋਈ ਰਾਏ ਉਹਨਾਂ ਨੂੰ ਲੱਗਦੀ ਹੈ ਕਿ ਇਹ ਮੇਰੇ ਮੁਤਾਬਕ ਇੱਦਾਂ ਜ਼ਿਆਦਾ ਮੈਂ ਇਹਨਾਂ ਨੂੰ ਦੱਸਾਂ ਚੀਜ਼ ਸਹੀ ਆ, ਉਹ ਵੀ ਨਹੀਂ ਤੁਹਾਨੂੰ ਦੱਸਣਗੀਆਂ, ਹੈ ਨਾ। ਖਾਸ ਕਰਕੇ ਜਨਾਨੀਆਂ ਲਈ ਜਦੋਂ ਉਹ 50+ ਹੋ ਜਾਂਦੀ ਆ, ਉਹਨਾਂ 'ਚ ਬਹੁਤ ਸਾਰੇ ਸਰੀਰਕ ਬਦਲਾਅ ਆਉਂਦੇ ਨੇ। ਮੈਨੂੰ ਲੱਗਦਾ ਆਪਾਂ ਤਾਂ ਘਰਾਂ 'ਚ ਪਰਿਵਾਰਾਂ 'ਚ ਉਹਨਾਂ ਚੀਜ਼ਾਂ 'ਤੇ ਵੀ ਨਹੀਂ ਗੱਲ ਕਰਦੇ, ਹੈ ਨਾ। ਅਤੇ ਬਹੁਤ ਸਾਰੀਆਂ ਇੱਦਾਂ ਦੀਆਂ ਜਨਾਨੀਆਂ ਹੁੰਦੀਆਂ ਨੇ ਕਿ ਜਿਨ੍ਹਾਂ ਨੂੰ ਲੱਗਦਾ ਕਿ ਮਤਲਬ ਮੇਰੇ ਨੂੰਹ ਪੁੱਤਰ ਮੇਰੀਆਂ ਮਾਨਸਿਕ ਚੀਜ਼ਾਂ ਬਾਰੇ ਵੀ ਗੱਲ ਕਰਨ, ਹੈ ਨਾ। ਅਤੇ ਆਪਾਂ ਨਹੀਂ ਕਰਦੇ। ਆਪਾਂ ਜਿਵੇਂ ਤੁਸੀਂ ਕਿਹਾ ਕਿ ਆਪਾਂ ਨੂੰ ਤਾਂ ਇਹ ਯਾਦ ਰਹਿੰਦਾ ਸਿਰਫ ਕਿ ਸਾਲ ਛਮਾਈ ਬਾਅਦ ਸਿਰਫ ਉਹਨਾਂ ਨੂੰ ਕੱਪੜਿਆਂ ਦੀ ਜ਼ਰੂਰਤ ਹੁੰਦੀ ਆ, ਅਤੇ ਜੇ ਅਸੀਂ ਨੌਕਰੀ ਕਰਦੇ ਹਾਂ ਤਾਂ ਉਹ ਸਾਡੇ ਨਿਆਣੇ ਸੰਭਾਲਣ ਲਈ ਨੇ, ਹੈ ਨਾ। ਅਤੇ ਅਹਿਮੀਅਤ ਤਾਂ ਸੱਚੀ ਨਹੀਂ ਆਪਾਂ ਦਿੰਦੇ, ਆਪਣੀ ਸੁਸਾਇਟੀ 'ਚ ਨਹੀਂ ਅਹਿਮੀਅਤ ਦਿੱਤੀ ਜਾਂਦੀ। ਜਿਹੜੀ ਨਾ ਤੁਸੀਂ ਸਕੂਲ ਦੀ ਗੱਲ ਕੀਤੀ ਆ, ਹੁਣ ਜਿਵੇਂ ਅਨੰਤ ਦਾ ਅਸੀਂ ਸਕੂਲ ਸ਼ੁਰੂ ਕਰਨਾ ਸੀ ਅਤੇ ਉਹਦਾ ਸਕੂਲ ਜਿਹੜਾ 12 ਕਿਲੋਮੀਟਰ ਪੈਂਦਾ, ਅਤੇ ਉਹ ਸਕੂਲ ਦੀਆਂ ਬੱਸਾਂ ਨਹੀਂ ਜਾਂਦੀਆਂ ਹੈਗੀਆਂ ਨਾ। ਤਾਂ ਜਦੋਂ ਅਸੀਂ ਉਹ ਸਕੂਲ ਦੇਖਿਆ ਸਾਨੂੰ ਠੀਕ ਲੱਗਿਆ, ਸਾਨੂੰ ਲੱਗਿਆ ਵੀ ਕੋਈ ਗੱਲ ਨਹੀਂ, ਚੱਲ ਇੱਧਰ ਸ਼ਿਫਟ ਕਰ ਲਾਂਗੇ ਆਪਾਂ, ਹੈ ਨਾ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਅਤੇ ਉਦੋਂ ਮੈਨੂੰ 20% ਲੱਗਿਆ, ਪਰ ਮੈਨੂੰ ਇੰਨਾ ਲੱਗਿਆ ਨਹੀਂ ਸੀਗਾ ਵੀ ਸਾਡੇ ਮਦਰ ਇਸ ਚੀਜ਼ 'ਤੇ ਰਿਐਕਟ ਕਰਨਗੇ, ਹੈ ਨਾ। ਕਿਉਂਕਿ ਜਦੇ ਅਸੀਂ ਮੋਹਾਲੀ 2017 ਦੇ ਰਹਿਣ ਲੱਗਿਆ, ਅਸੀਂ ਇੱਕੋ ਹੀ ਜਗ੍ਹਾ 'ਤੇ ਰਹਿ ਰਹੇ ਹਾਂ, ਤਾਂ ਉਵੇਂ ਜਿਵੇਂ ਆਪਣਾ ਭਾਈਚਾਰਾ, ਹੈ ਨਾ, ਉਵੇਂ ਇੱਥੇ ਵੀ ਉਹਨਾਂ ਦਾ ਉਵੇਂ ਬਣ ਗਿਆ, ਹੈ ਨਾ, ਸਾਰਾ ਸਰਕਲ। ਅਤੇ ਜਦੋਂ ਅਸੀਂ ਜਾ ਕੇ ਉਹਨਾਂ ਨੂੰ ਦੱਸਿਆ ਤਾਂ ਉਹ ਥੋੜ੍ਹਾ ਚੁੱਪ ਜਿਹਾ ਕਰ ਗਏ। ਤਾਂ ਮੈਂ ਆਪਣੇ ਹਸਬੈਂਡ ਨੂੰ ਕਿਹਾ ਵੀ ਮੰਮੀ ਖੁਸ਼ ਨਹੀਂ ਹੈਗੇ। ਕਹਿੰਦੇ ਨਹੀਂ ਤੈਨੂੰ ਇੱਦਾਂ ਹੀ ਲੱਗਦਾ। ਮੈਂ ਕਿਹਾ ਵੀ ਨਹੀਂ, ਮੈਨੂੰ ਲੱਗਦਾ ਨਹੀਂ ਹੈਗਾ। ਕਹਿੰਦੇ ਤੈਨੂੰ ਕਿਉਂ ਲੱਗਦਾ? ਮੈਂ ਕਿਹਾ ਮੈਨੂੰ ਲੱਗਦਾ ਵੀ ਉਹਨਾਂ ਨੂੰ ਇਹ ਘਰ ਛੱਡਣਾ ਵਧੀਆ ਨਹੀਂ ਲੱਗ ਰਿਹਾ ਹੈਗਾ, ਕਿਉਂਕਿ ਉਹਨਾਂ ਦਾ ਸਾਰਾ ਸਰਕਲ ਬਣਿਆ ਹੋਇਆ ਇੱਥੇ, ਹੈ ਨਾ। ਅਤੇ ਕਹਿੰਦੇ ਨਹੀਂ। ਫਿਰ ਜਦੋਂ ਮਤਲਬ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਵਾਕਈ ਉਹਨਾਂ ਨੂੰ ਉਹ ਚੀਜ਼ ਨਹੀਂ ਵਧੀਆ ਲੱਗੀ। ਉਹਨਾਂ ਨੂੰ ਲੱਗਦਾ ਸੀਗਾ ਕਿ ਤੁਸੀਂ ਮਤਲਬ ਇੱਥੋਂ ਆਪਾਂ ਜਾਵਾਂਗੇ, ਉੱਥੇ ਮੇਰਾ ਸਰਕਲ ਕਿਵੇਂ ਬਣੂਗਾ, ਜਾਂ ਇੱਥੇ ਚਲੋ ਹੁਣ ਆਪਾਂ ਇੰਨੇ ਸਾਲਾਂ ਦੇ ਰਹਿੰਦੇ ਹਾਂ, ਆਲਾ ਦੁਆਲਾ ਸਾਰਾ ਜਾਣਦਾ, ਤਾਂ ਇੱਕ ਸਿਕਿਉਰਿਟੀ ਵੀ ਹੁੰਦੀ ਆ, ਹੈ ਨਾ। ਅਤੇ ਉਹ ਕਹਿੰਦੇ ਵੀ ਉੱਥੇ ਸਾਰਾ ਕੁਛ ਨਵੇਂ ਸਿਰੇ ਤੋਂ ਆਪਾਂ ਨੂੰ ਸ਼ੁਰੂ ਕਰਨਾ ਪਊਗਾ, ਹੈ ਨਾ।
ਤੇ ਕਈ ਵਾਰੀ ਨਾ ਆਪਾਂ ਆਪਣੇ ਬੱਚਿਆਂ ਦੀ ਬਿਹਤਰ ਜ਼ਿੰਦਗੀ ਦੇ ਲਈ ਬਹੁਤ ਸਾਰੇ ਫੈਸਲੇ ਲੈ ਲੈਂਦੇ ਆ, ਪਰ ਉੱਥੇ ਆਪਾਂ ਘਰਾਂ ਦੇ ਬਜ਼ੁਰਗਾਂ ਨੂੰ ਬਹੁਤ ਅਣਗੌਲਿਆਂ ਕਰ ਦਿੰਦੇ ਹਾਂ ਨਾ। ਆਪਾਂ ਨੂੰ ਲੱਗਦਾ ਹੈ ਕਿ ਨਹੀਂ, ਇਹ ਕਿਤੇ ਹੁਣ ਨਿਆਣੇ ਨੇ ਕਰ ਲੈਣਗੇ ਐਡਜਸਟ, ਹੁਣ ਨਿਆਣੇ ਦਾ ਫਿਊਚਰ ਤਾਂ ਦੇਖਣਾ ਹੀ ਆ ਨਾ। ਪਰ ਮੈਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਦੇ ਨਾਲ ਨਾਲ ਤੁਹਾਡੀ ਜ਼ਿੰਮੇਵਾਰੀ ਤੁਹਾਡੇ ਘਰ ਦੇ ਬਜ਼ੁਰਗਾਂ ਦੇ ਲਈ ਵੀ ਉਨੀ ਓ ਬਣਦੀ ਹੈ ਨਾ। ਤਾਂ ਫਿਰ ਇਸ ਨੇ ਮਤਲਬ ਬੈਠ ਕੇ ਗੱਲ ਕੀਤੀ, ਫਿਰ ਮੈਂ ਆਪਣੇ ਹਸਬੈਂਡ ਨੂੰ ਸਮਝਾਇਆ, ਮੈਂ ਕਿਹਾ ਵੀ ਦੇਖੋ ਆਪਣੇ ਲਈ ਕੁਝ ਨਹੀਂ ਬਦਲਣਾ, ਆਪਣੇ ਕੰਮ ਵੀ ਉਹੀ ਰਹਿਣੇ ਨੇਗੇ, ਆਪਣਾ ਸਰਕਲ ਵੀ ਉਹੀ ਰਹਿਣਾ ਹੈ ਨਾ। ਬਦਲ ਜਾਣਾ ਤਾਂ ਸਿਰਫ ਮੰਮੀ ਲਈ ਬਦਲਣਾ, ਕਿਉਂਕਿ ਅਨੰਤ ਦੇ ਲਈ ਸਾਰਾ ਕੁਝ ਉੱਥੇ ਨਵੇਂ ਸਿਰੇ ਤੋਂ ਸ਼ੁਰੂ ਹੋਣਾ, ਤਾਂ ਇਹਨੇ ਹਲੇ ਜਾ ਕੇ ਆਪਣਾ ਸ਼ੁਰੂ ਕਰਨਾ ਆ, ਹੈ ਨਾ। ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ, ਵੀ ਥੋੜਾ ਟਾਈਮ ਆਪਾਂ ਨੂੰ ਔਖਾ ਹੋਊਗਾ, ਫਿਰ ਆਪਾਂ ਨੂੰ ਆਦਤ ਬਣ ਜੂਗੀ, ਹੈ ਨਾ, ਵੀ ਜਾਂ ਥੋੜਾ ਬਹੁਤਾ ਆਪਾਂ ਨੂੰ ਕਰਨਾ ਪੈਣਾ ਹੀ ਆ ਇਹ, ਹੈ ਨਾ। ਤੇ ਮੈਨੂੰ ਲੱਗਦਾ ਕਿ ਕਈ ਵਾਰੀ ਆਪਾਂ ਆਪਣੇ ਨਿਆਣਿਆਂ ਦੇ ਲਈ ਸਾਰਾ ਕੁਝ ਸੋਚਦੇ ਹਾਂ, ਹੈ ਨਾ, ਤਾਂ ਆਪਾਂ ਘਰ ਦੇ ਬਜ਼ੁਰਗਾਂ ਦੇ ਲਈ ਉਨਾ ਜ਼ਿਆਦਾ ਨਹੀਂ ਸੋਚਦੇ ਵੀ ਨਹੀਂ ਇਹਨਾਂ ਨੂੰ ਦਿੱਕਤ ਹੋਊਗੀ, ਕਿਉਂਕਿ ਸਾਨੂੰ ਇਹ ਲੱਗਦਾ ਹੁੰਦਾ ਵੀ ਸਿਆਣੇ ਨੇ, ਇਹਨਾਂ ਨੂੰ ਇਸ ਚੀਜ਼ ਬਾਰੇ ਸਮਝ ਹੋਣੀ ਚਾਹੀਦੀ ਆ ਕਿ ਅਸੀਂ ਆਪਣੇ ਬੱਚੇ ਲਈ ਕਰ ਰਹੇ ਹਾਂ ਨਾ। ਪਰ ਜੇ ਸੱਚੀ ਗੱਲ ਕਹਿੰਦੇ ਹੁੰਦੇ ਨੇ ਕਿ ਇੱਕ ਥਾਂ ਤੋਂ ਮਤਲਬ ਪੱਟ ਕੇ ਬੂਟਾ ਲਾਇਆ, ਦੂਜੀ ਥਾਂ ਕਈ ਵਾਰ ਸੁੱਕ ਜਾਂਦਾ ਹੁੰਦਾ ਨਾ। ਆਪਾਂ ਤਾਂ ਫੇਰ ਇਨਸਾਨ ਆ, ਜਿਉਂਦੇ ਜਾਗਦੇ ਇਨਸਾਨ ਆ ਨਾ, ਤਾਂ ਕਿਉਂ ਨਹੀਂ ਫਰਕ ਪਊਗਾ। ਤਾਂ ਇਹ ਮੈਨੂੰ ਲੱਗਦਾ ਕਿ ਇਹ ਹੈ ਤਾਂ ਬਹੁਤ ਛੋਟੀਆਂ ਛੋਟੀਆਂ ਗੱਲਾਂ। ਜੇ ਅਸੀਂ ਮਤਲਬ ਜੇ ਆਪਾਂ ਮੁੱਦਾ ਬਣਾਉਣਾ ਹੋਵੇ, ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਦੇਖੋ ਸਿਆਣੇ ਬਿਆਣੇ ਨੇ, ਇਹ ਸਮਝ ਨਹੀਂ ਰਹੇ ਉਸ ਗੱਲ ਨੂੰ ਵੀ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਜਾਂ ਬੱਚੇ ਦੇ ਫਿਊਚਰ ਦਾ ਸਵਾਲ ਆ, ਹੈ ਨਾ, ਵੀ ਇਹ ਐਡਜਸਟ ਕਿਉਂ ਨਹੀਂ ਕਰ ਰਹੇ ਹੈਗੇ। ਪਰ ਜੇ ਸੱਚੀ ਆਪਾਂ ਉਹਨਾਂ ਦੀ ਥਾਂ ਖੜੇ ਹੋ ਕੇ ਸੋਚੀਏ, ਹੁਣ ਆਪਾਂ ਵੀ ਜਦੋਂ ਸਕੂਲ, ਤੁਹਾਨੂੰ ਪਤਾ ਆਪਾਂ ਬਦਲਣਾ ਹੁੰਦਾ ਸੀ, ਆਪਾਂ ਕਿੰਨੀ ਟੈਨਸ਼ਨ 'ਚ ਹੁੰਦੇ ਸੀਗੇ ਵੀ ਹਾਏ ਨਵੀਂ ਥਾਂ 'ਤੇ ਪਤਾ ਨਹੀਂ ਕਿਹੋ ਜਿਹੇ ਟੀਚਰਸ ਹੋਣਗੇ, ਕਿਹੋ ਜਿਹੀਆਂ ਸਹੇਲੀਆਂ ਮਿਲਣਗੀਆਂ, ਕਿਵੇਂ ਆਪਾਂ ਉੱਥੇ ਜਾ ਕੇ ਸਾਡਾ ਦਿਲ ਲੱਗੂਗਾ, ਹੈ ਨਾ। ਪਰ ਸਿਆਣੇ ਬੰਦੇ ਤੋਂ ਆਪਾਂ ਬੜੀਆਂ ਸਾਰੀਆਂ ਚੀਜ਼ਾਂ ਆਪਾਂ ਇਹ ਮੰਨਦੇ ਹਾਂ ਕਿ ਇਹ ਹਰ ਇੱਕ ਚੀਜ਼ ਦੇ ਲਈ ਤਿਆਰ ਹੀ ਹੋਣਾ ਚਾਹੀਦਾ, ਤੇ ਇਹਨੂੰ ਹੋਣਾ ਪੈਣਾ। ਬਿਲਕੁਲ। ਦੇਖੋ ਇੱਕ ਤਾਂ ਨਾ ਇਹ ਚੀਜ਼ ਹੁੰਦੀ ਹੈ ਕਿ ਆਪਾਂ ਇਹ ਸੱਚੀ ਨਹੀਂ ਸੋਚਦੇ ਹੈਗੇ ਕਿ ਜਿਸ ਮਾਹੌਲ 'ਚੋਂ ਇੰਨੇ ਸਮੇਂ ਤੋਂ ਰਹਿੰਦੇ ਹਾਂ, ਆਪਾਂ ਇੱਕੋ ਵਾਰੀ ਫਰਮਾਨ ਕਰ ਦਿੰਦੇ ਹਾਂ ਕਿ ਨਹੀਂ ਅਸੀਂ ਤਾਂ ਫਲਾਣੀ ਜਗ੍ਹਾ ਚੱਲੇ, ਹੈ ਨਾ। ਇਸ ਲਈ ਆਪਾਂ ਕਹਿੰਦੇ ਹਾਂ ਕਿ ਜਿਹੜੇ ਬਜ਼ੁਰਗਾਂ ਦੇ ਬੱਚੇ ਬਾਹਰ ਰਹਿੰਦੇ ਨੇ, ਉਹ ਜਦੋਂ ਉਹਨਾਂ ਨੂੰ ਧੱਕੇ ਨਾਲ ਫੋਰਸ ਕਰਦੇ ਆ ਕਿ ਤੁਸੀਂ ਸਾਡੇ ਕੋਲ ਆ ਕੇ ਰਹੋ, ਹੈ ਨਾ, ਚਾਹੇ ਉਹ ਇੱਥੇ ਇਕੱਲੇ ਵੀ ਖੁਸ਼ ਰਹਿ ਰਹੇ ਨੇ, ਤਾਂ ਕਈ ਵਾਰੀ ਉਹ ਚੇਂਜ ਵੀ ਮਤਲਬ ਉਹਨਾਂ ਲਈ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ, ਉਹਨਾਂ ਲਈ ਪੂਰੀ ਜ਼ਿੰਦਗੀ ਉਲਟ ਪੁਲਟ ਹੋ ਜਾਂਦੀ ਹੈ ਨਾ। ਜਿਵੇਂ ਆਪਾਂ ਥੋੜ੍ਹੇ ਦਿਨ ਪਹਿਲਾਂ ਮੈਂ ਤੁਹਾਨੂੰ ਇੱਕ ਇੰਸਟਾ 'ਤੇ ਰੀਲ ਦਿਖਾਈ ਸੀ ਕਿ ਉਹ ਅੰਕਲ ਕਹਿੰਦੇ ਕਿ ਮੈਂ 12 ਸਾਲ ਹੋ ਗਏ ਕੈਨੇਡਾ ਰਹਿੰਦਿਆਂ ਨੂੰ, ਮੈਨੂੰ ਅੱਜ ਤੱਕ ਮਤਲਬ ਪੰਜਾਬ ਗਏ ਨੂੰ ਕਦੀ ਕੈਨੇਡਾ ਦਾ ਸੁਪਨਾ ਨਹੀਂ ਆਉਂਦਾ, ਪਰ ਮੈਨੂੰ ਕੈਨੇਡਾ 'ਚ ਪੰਜਾਬ ਦੇ ਸੁਪਨੇ ਆਉਂਦੇ ਨੇ, ਹੈ ਨਾ। ਅਤੇ ਸੱਚੀ ਆਪਾਂ ਸ਼ਾਇਦ ਮੈਨੂੰ ਲੱਗਦਾ ਥੋੜ੍ਹੇ ਜਿਹੇ ਟੈਕਨੀਕਲੀ ਐਡਵਾਂਸ ਉਹਦੇ 'ਚ ਆ ਗਏ ਮਾਹੌਲ 'ਚ, ਆਪਾਂ ਛੇਤੀ ਚੀਜ਼ਾਂ ਓਬਜ਼ਰਵ ਕਰ ਲੈਂਦੇ ਹਾਂ, ਆਪਾਂ ਛੇਤੀ ਆਪਣਾ ਸਰਕਲ ਬਣਾ ਲੈਂਦੇ ਹਾਂ। ਪਰ ਜਿਹੜੇ ਲੋਕ ਕਈ ਸਾਲਾਂ ਤੋਂ ਉਸ ਮਾਹੌਲ 'ਚ ਰਹੇ ਨੇ, ਉਹਨਾਂ ਨੂੰ ਤਾਂ ਪਿੰਡ ਤੋਂ ਉੱਠ ਕੇ ਸ਼ਹਿਰ ਆਉਣਾ ਵੀ ਔਖਾ ਲੱਗਦਾ, ਹੈ ਨਾ। ਅਤੇ ਇੱਕਦਮ 5-7 ਸਾਲ ਬਾਅਦ ਆਪਾਂ ਸੋਚੀਏ ਕਿ ਉਹ ਹਰ ਮਾਹੌਲ 'ਚ ਢਲ ਜਾਣਗੇ, ਉਹ ਨਹੀਂ ਢਲ ਸਕਦੇ। ਅਤੇ ਦੂਜੀ ਚੀਜ਼ ਆ ਗੁਰਦੀਪ, ਮੈਨੂੰ ਲੱਗਦਾ ਕਿ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਨਾ ਕਿ ਬੰਦਾ ਮਾਨਸਿਕ ਤੌਰ 'ਤੇ ਵੀ ਉਦੋਂ ਹੀ ਕਮਜ਼ੋਰ ਮਹਿਸੂਸ ਕਰਦਾ ਜਦੋਂ ਇਕਨੋਮਿਕਲੀ ਕਮਜ਼ੋਰ ਹੁੰਦਾ, ਹੈ ਨਾ। ਇਸ ਉਮਰ 'ਚ ਨਾ ਸਾਨੂੰ ਇਹ ਵੀ ਚੀਜ਼ ਲੱਗਦੀ ਹੁੰਦੀ ਹੈ ਕਿ ਜਦੋਂ 50+ ਹੋ ਗਏ ਮਾਂ ਪਿਓ, ਤਾਂ ਉਹਨਾਂ ਦਾ ਮਤਲਬ ਜਿਹੜਾ ਇਹ ਆਪਾਂ ਕਹਿ ਲਈਏ ਕਿ ਆਰਥਿਕ ਮਸਲੇ ਵੀ ਨੇ ਨਾ, ਉਹ ਵੀ ਸਾਡੇ ਹੱਥ 'ਚ ਹੋਣੇ ਚਾਹੀਦੇ ਨੇ, ਹੈ ਨਾ। ਬਹੁਤ ਸਾਰੇ ਘਰਾਂ 'ਚ ਜਿੱਥੇ ਇਕੱਲੀਆਂ ਜਨਾਨੀਆਂ ਨੇ, ਚਾਹੇ ਉਹ ਮਤਲਬ ਉਹਨਾਂ ਨੇ ਜ਼ਿੰਦਗੀ ਭਰ ਨੌਕਰੀ ਕੀਤੀ ਹੋਵੇ, ਸਾਡੇ ਆਂਢ ਗੁਆਂਢ ਵੀ 2-3 ਇੱਦਾਂ ਦੀਆਂ ਮਤਲਬ ਲੇਡੀਜ਼ ਹੈਗੀਆਂ ਨੇ ਕਿ ਉਹ ਬਾਅਦ 'ਚੋਂ ਬੱਚੇ ਉਹਨਾਂ ਨੂੰ ਕਹਿਣਗੇ ਕਿ ਤੁਹਾਡਾ ਜਿਹੜਾ ਸੈਲਰੀ ਆ, ਮਤਲਬ ਜਿਹੜੀ ਤੁਹਾਡੀ ਪੈਨਸ਼ਨ ਆਉਂਦੀ ਆ, ਉਹ ਵੀ ਅਸੀਂ ਤੁਹਾਨੂੰ ਕਢਾ ਕੇ ਦੇਵਾਂਗੇ, ਹੈ ਨਾ। ਸਹੀ ਆ। ਅਤੇ ਉਹਦੇ 'ਚੋਂ ਅਸੀਂ ਖਰਚਾ ਕਰਾਂਗੇ, ਫਿਰ ਜਿੰਨੇ ਬਚਣਗੇ ਮਤਲਬ ਮਹੀਨੇ ਦੀ ਜਿੰਨੀ ਤੁਹਾਨੂੰ ਜ਼ਰੂਰਤ ਆ ਉਹ ਤੁਹਾਨੂੰ ਅਸੀਂ ਦੇਵਾਂਗੇ, ਹੈ ਨਾ। ਕਈ ਵਾਰੀ ਤੈਨੂੰ ਪਤਾ ਕਈ ਘਰਾਂ ਦੇ ਵਿੱਚ ਤਾਂ ਸਬਜ਼ੀ ਲੈਣ ਦੇ ਲਈ ਵੀ ਮਤਲਬ ਵੱਡੇ ਬਜ਼ੁਰਗ ਤੁਹਾਡੇ ਮੂਹਰੇ ਹੱਥ ਕਰਦੇ ਨੇ, ਹੱਥ ਕਰਦੇ ਈਵਨ ਜਿਨ੍ਹਾਂ ਨੇ ਸਾਰੀ ਉਮਰ ਕਮਾਇਆ ਹੁੰਦਾ, ਪੈਨਸ਼ਨ ਲੈ ਰਹੇ ਹੁੰਦੇ ਨੇ, ਤਾਂ ਉਹਨਾਂ ਕੋਲੇ ਆਪਦੇ ਪੈਸੇ ਤੇ ਵੀ ਆਪਣਾ ਹੱਕ ਨਹੀਂ ਰਿਹਾ ਹੁੰਦਾ। ਜਦ ਕਿ ਆਪਾਂ ਕਹਿੰਦੇ ਹਾਂ ਕਿ ਜਿਹੜੇ ਬੰਦੇ ਨੇ ਸਾਰੀ ਉਮਰ ਕੰਮ ਕੀਤਾ, ਉਹਦੀ ਉਸ ਉਮਰ 'ਚ ਉਹਦੇ ਸਾਰੇ ਫੈਸਲੇ ਆਪਦੇ ਹੋਣੇ ਚਾਹੀਦੇ ਨੇ। ਇਹ ਜ਼ਰੂਰੀ ਨਹੀਂ ਕਿ ਉਹ ਜੇ ਤੁਹਾਡੇ ਬੱਚੇ ਨੇ ਤਾਂ ਉਹ ਤੁਹਾਡੇ ਬੱਚਿਆਂ ਨੂੰ ਸੰਭਾਲਣ ਲਈ ਪਾਬੰਦ ਆ, ਹੈ ਨਾ। ਪਰ ਹਾਂ ਥੋੜ੍ਹੇ ਬਹੁਤੇ ਰੁਝੇਵਿਆਂ 'ਚ ਤੁਸੀਂ ਜ਼ਰੂਰ ਸ਼ਾਮਿਲ ਕਰ ਸਕਦੇ ਹੋ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਮੈਂ ਘਰ 'ਚ ਮਤਲਬ ਮੇਰੀ ਅਹਿਮੀਅਤ ਹੀ ਨਹੀਂ ਹੈਗੀ, ਮੈਨੂੰ ਕਿਸੇ ਚੀਜ਼ 'ਚ ਇਨਵੋਲਵ ਹੀ ਨਹੀਂ ਕੀਤਾ ਜਾਂਦਾ, ਹੈ ਨਾ। ਪਰ ਇਹ ਵੀ ਨਹੀਂ ਹੈਗਾ ਕਿ ਉਹਨਾਂ 'ਤੇ ਕੋਈ ਪਾਬੰਦੀ ਹੋਣੀ ਚਾਹੀਦੀ ਆ। ਉਹਨਾਂ ਨੂੰ ਜਿਸ ਉਮਰ 'ਚ ਸਾਰੀ ਉਮਰ ਉਹਨਾਂ ਨੂੰ ਕੰਮ ਕਰਕੇ ਆਰਾਮ ਮਿਲਣਾ ਚਾਹੀਦਾ, ਉਹ ਆਰਾਮ ਵੀ ਮਿਲਣਾ ਚਾਹੀਦਾ। ਜਿੱਥੇ ਬੰਦੇ ਦਾ ਕਿਤੇ ਜੀਅ ਕਰਦਾ ਜਾਣ ਨੂੰ ਕਿ ਹਾਂ ਹੁਣ ਮੈਂ 5 ਦਿਨ ਘਰੋਂ ਮਤਲਬ ਘਰ ਛੱਡ ਕੇ ਮੈਂ ਕਿਤੇ ਜਗ੍ਹਾ ਜਾ ਕੇ ਰਹਿ ਵੀ ਸਕਦਾ, ਆਪਦੀ ਕਿਸੇ ਰਿਸ਼ਤੇਦਾਰੀ ਜਾਂ ਮੈਂ ਕਿਤੇ ਹੋਰ ਵੀ ਜਿੱਥੇ ਜ਼ਿੰਦਗੀ 'ਚ ਮੈਂ ਸੋਚਿਆ ਸੀ, ਹੈ ਨਾ, ਤਾਂ ਉੱਥੇ ਉਹਦੇ ਲਈ ਵੀ ਉਹਨੂੰ ਸਮਾਂ ਦੇਣਾ ਚਾਹੀਦਾ। ਸਾਡੇ ਇੱਕ ਰਿਸ਼ਤੇਦਾਰ ਨੇ, ਤਾਂ ਉਹ ਆਸਟ੍ਰੇਲੀਆ ਰਹਿੰਦੇ ਨੇ, ਉਹ ਕਹਿੰਦੇ ਵੀ ਮੈਂ ਪਿੱਛੇ ਜਿਹੇ ਆਇਆ ਪਿੰਡ, ਅਤੇ ਉਹ ਆਪ 50 ਸਾਲ ਦੇ ਨੇੜੇ ਨੇ, ਅਤੇ ਕਹਿੰਦੇ ਮੈਂ ਮੰਮੀ ਨੂੰ ਪੁੱਛਿਆ ਕਿ ਮੰਮੀ ਮੈਂ ਤੈਨੂੰ ਮਤਲਬ
ਚੱਲ ਕਿਤੇ ਖਰੀਦਦਾਰੀ ਲਈ ਲੈ ਕੇ ਜਾਵਾਂ। ਕਹਿੰਦੇ ਉਹ ਕਹਿੰਦੇ ਮੈਨੂੰ ਖਰੀਦਦਾਰੀ ਦੀ ਨਹੀਂ ਜ਼ਰੂਰਤ ਹੈਗੀ, ਮੇਰੇ ਕੋਲ ਬਹੁਤ ਕੁਛ ਆ, ਤੂੰ ਐਂ ਕਰ ਮੈਨੂੰ ਨਾ ਪਿੰਡ ਲੈ ਜਾ ਤੇ ਮੈਨੂੰ ਜਿੰਨੀਆਂ ਮੇਰੀ ਪੁਰਾਣੀਆਂ ਸਹੇਲੀਆਂ ਨੇ ਜਿੱਥੇ ਜਿੱਥੇ ਵੀ ਉਹ ਵਿਆਹੀਆਂ ਹੋਈਆਂ ਨੇ ਮੈਨੂੰ ਮਿਲਾ ਕੇ ਲਿਆ, ਹੈ ਨਾ। ਤੇ ਆਪਾਂ ਕਦੀ ਨਹੀਂ ਪੁੱਛਦੇ ਕਿ ਤੁਸੀਂ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੇ ਸੀ, ਤੁਹਾਡੀ ਕੀ ਇੱਛਾ। ਹੁਣ ਜੇ ਤੁਹਾਡੇ ਕੋਲ ਪੈਸਾ ਜਾਂ ਤੁਹਾਡੇ ਕੋਲ ਉਮਰ ਆ ਤਾਂ ਤੁਸੀਂ ਜਾ ਕੇ ਉਹਨੂੰ ਪੂਰੀ ਕਰਕੇ ਆਓ, ਹੈ ਨਾ। ਆਪਾਂ ਕਦੀ ਪੁੱਛਦੇ ਹਾਂ। ਤੇ ਜਿਵੇਂ ਤੁਸੀਂ ਸੱਚੀ ਕਿਹਾ ਕਿ ਜਿਹੜਾ ਮੇਲ ਹੁੰਦਾ ਨਾ ਇਕੱਲਾ ਬਚ ਜਾਂਦਾ ਜ਼ਿੰਦਗੀ 'ਤੇ, ਉਹ ਸੱਚੀ ਮਤਲਬ ਅਸੀਂ ਉਹਦੇ ਲਈ ਇੰਨਾ ਕੁ ਵੀ ਮਾਹੌਲ ਆਰਾਮ ਦਾ ਨਹੀਂ ਸਿਰਜਦੇ ਕਿ ਉਹ ਜਿਹੜੀ ਗੱਲ ਉਹਨੂੰ ਕੋਈ ਸਮੱਸਿਆ ਉਹ ਆਪਦੀਆਂ ਨੂੰਹਾਂ ਨਾਲ ਜਾਂ ਆਪਦੀਆਂ ਧੀਆਂ ਨਾਲ ਜਾਂ ਆਪਣੇ ਮੁੰਡੇ ਨਾਲ ਕਰ ਸਕੇ। ਆਪਾਂ ਇਹ ਸਮਝਦੇ ਹਾਂ ਕਿ ਉਸ ਉਮਰ 'ਚ ਸਿਰਫ 2 ਵੇਲੇ ਦੀ ਰੋਟੀ ਤੇ ਧੋਇਆ ਹੋਇਆ ਕੱਪੜਾ ਉਹਦੀ ਬਸ ਜ਼ਰੂਰਤ ਹੁੰਦਾ। ਕਈ ਵਾਰੀ ਨਾ ਜ਼ਰੂਰੀ ਚੀਜ਼ਾਂ ਵੀ ਆਪਾਂ ਉਹਨਾਂ ਦੀਆਂ ਨਹੀਂ ਗੌਲਦੇ ਹੈਗੇ ਕਿ ਇਹਨਾਂ ਨੂੰ ਇਸ ਚੀਜ਼। ਕਈ ਘਰਾਂ ਦੇ ਵਿੱਚ ਮੈਂ ਦੇਖਿਆ ਕਿ ਬਜ਼ੁਰਗ ਦੀ ਦਵਾਈ ਪਿੱਛੇ ਵੀ ਨਾ ਕੁੜਕੁੜ ਜਿਹੀ ਹੁੰਦੀ ਰਹਿੰਦੀ ਹੈ ਨਾ, ਕਿ ਤੁਹਾਡੀਆਂ ਤਾਂ ਦਵਾਈਆਂ ਹੀ ਨਹੀਂ ਮੁੱਕਦੀਆਂ ਹੈਗੀਆਂ ਨਾ। ਜਦੋਂ ਮੈਨੂੰ ਇਹ ਲੱਗਦਾ ਹੁੰਦਾ ਕਿ ਕਿਸੇ ਨੂੰ ਵੀ ਆਪਦਾ ਸਮਾਂ ਨਹੀਂ ਭੁੱਲਣਾ ਚਾਹੀਦਾ ਨਾ। ਤੁਸੀਂ ਵੀ ਉਸ ਉਮਰ ਦੇ ਵਿੱਚ ਜਾਣਾ, ਹੋ ਸਕਦਾ ਹੈ ਕਿ ਤੁਹਾਡੀਆਂ ਜ਼ਰੂਰਤਾਂ ਉਹਨਾਂ ਦੇ ਨਾਲੋਂ ਵੱਧ ਹੋਣ ਤੇ ਤੁਸੀਂ ਉਹਨਾਂ ਨਾਲੋਂ ਵੀ ਜ਼ਿਆਦਾ ਕਿਸੇ ਤੇ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਤੇ ਤੁਹਾਨੂੰ ਡਿਪੈਂਡ ਹੋਣਾ ਪਵੇ, ਹੈ ਨਾ। ਜਿਵੇਂ ਛੋਟੀਆਂ ਛੋਟੀਆਂ ਚੀਜ਼ਾਂ ਨੇ, ਆਪਾਂ ਨੂੰ ਕੋਈ 1 ਘੰਟੇ ਦੇ ਲਈ ਕਹਿ ਦੇਵੇ ਭੈਣੇ ਵੀ ਤੂੰ ਮੇਰੀ ਮਰਜ਼ੀ ਮੁਤਾਬਿਕ ਚੱਲਣਾ, ਤੂੰ 1 ਘੰਟੇ ਦੇ ਵਿੱਚ ਜੋ ਕੁਛ ਵੀ ਕਰਨਾ ਵਾ ਮੈਨੂੰ ਦੱਸ ਕੇ ਜਾਂ ਮੈਨੂੰ ਤੂੰ ਪੁੱਛ ਕੇ ਹੀ ਕਰਨਾ ਆ, ਹੈ ਨਾ। ਤੈਨੂੰ ਚਾਹੇ ਰੁਪਈਏ ਦੀ ਚੀਜ਼ ਚਾਹੀਦੀ, ਚਾਹੇ 10 ਰੁਪਈਏ ਦੀ ਚੀਜ਼ ਚਾਹੀਦੀ ਹੈ, ਤੂੰ ਉਹਦੇ ਲਈ ਮੇਰੇ ਕੋਲ ਆਉਣਾ ਜਾਂ ਮੇਰੇ ਤੋਂ ਤੂੰ ਉਹ ਚੀਜ਼ਾਂ ਮੰਗਣੀਆਂ ਨੇ। ਆਪਾਂ ਨੂੰ ਕਿੰਨਾ ਔਖਾ ਲੱਗੇ, ਹੈ ਨਾ। ਜਿਵੇਂ ਹੁਣ ਨਾ ਇੱਕ ਹੋਰ ਚੀਜ਼ ਮੇਰੇ ਦਿਮਾਗ 'ਚ ਆਈ ਹੈ, ਮੇਰੇ ਨਾ ਭੈਣ ਦੇ ਸਹੁਰਾ ਸਾਹਿਬ ਨੇ ਤੇ ਬੜੇ ਮਤਲਬ ਬਹੁਤ ਸ਼ਾਨਦਾਰ ਇਨਸਾਨ ਨੇ ਉਹ ਇੱਕ ਦਿਨ ਮੇਰੇ ਨਾਲ ਗੱਲਾਂ ਕਰਨ ਲੱਗੇ ਜਦੋਂ ਅਸੀਂ ਉੱਧਰ ਸੀਗੇ। ਤੇ ਉਹ ਕਹਿੰਦੇ ਮੈਂ ਐਵੇਂ ਕੋਈ ਗੱਲ ਜੀ ਪਤਾ ਨਹੀਂ ਤੁਰੀ ਸੀਗੀ ਨਾ, ਉਹ ਅੰਕਲ ਇੱਕ ਟਾਈਮ ਵਾਕ 'ਤੇ ਜਾਂਦੇ ਸੀ, ਇੱਕ ਟਾਈਮ ਸਾਈਕਲਿੰਗ ਕਰਦੇ ਸੀਗੇ। ਤਾਂ ਦੱਸਣ ਲੱਗੇ, ਕਹਿੰਦੇ ਦੇਖ ਪੁੱਤ ਘਰੇ ਤਾਂ ਚਾਹੇ ਮੈਂ ਮੁੜ ਹੀ ਆਉਣਾ ਹੁੰਦਾ ਵਾ, ਕਹਿੰਦੇ ਪਰ ਜਦੋਂ ਨਾ ਮੈਨੂੰ ਘਰੋਂ ਫੋਨ ਜਾਂਦਾ ਵੀ ਮੇਰੇ ਮੁੰਡੇ ਦਾ ਜਾਂ ਮੇਰੀ ਨੂੰਹ ਦਾ, ਹੈ ਨਾ, ਵੀ ਡੈਡੀ ਹਾਲੇ ਤੱਕ ਤੁਸੀਂ ਆਏ ਨਹੀਂ ਹੈਗੇ, ਕਹਿੰਦੇ ਉਹ ਚੀਜ਼ ਕਹਿੰਦੇ ਮੈਨੂੰ ਮੇਰੀ ਇੰਪੋਰਟੈਂਸ ਦੱਸਦੀ ਆ ਵੀ ਮੈਨੂੰ ਘਰੇ ਕੋਈ ਉਡੀਕ ਰਿਹਾ, ਹੈ ਨਾ। ਮੈਂ ਕਹਿੰਦੀ ਉਸ ਉਮਰ ਦੇ ਵਿੱਚ ਜਾ ਕੇ ਬਜ਼ੁਰਗਾਂ ਦੇ ਲਈ ਇੰਨੀਆਂ ਕੁ ਚੀਜ਼ਾਂ ਵੀ, ਹੈ ਨਾ, ਬਹੁਤ ਵੱਡੀਆਂ ਹੁੰਦੀਆਂ ਨੇ ਤੇ ਮਾਇਨੇ ਰੱਖਦੀਆਂ ਨੇਗੀਆਂ, ਕਿਉਂਕਿ ਉਹਨਾਂ ਦੀਆਂ ਡਿਮਾਂਡਸ ਤਾਂ ਬਹੁਤ ਜ਼ਿਆਦਾ ਨਹੀਂ ਹੁੰਦੀਆਂ। ਹੁਣ ਮੰਨ ਲਓ ਜਿਵੇਂ ਆ ਨਵਾਂ ਸਾਲ ਸੀ, ਬਹੁਤ ਸਾਰੇ ਲੋਕ ਨੇ ਜਿਹੜੇ ਕਿ ਘੁੰਮਣ ਗਏ, ਨਵਾਂ ਸਾਲ ਮਨਾਉਣ ਗਏ, ਹੈ ਨਾ। ਆਪਾਂ ਆਪਣੇ ਜਸ਼ਨ ਦੇ ਵਿੱਚ ਵੀ ਬਜ਼ੁਰਗਾਂ ਨੂੰ ਨਹੀਂ ਸ਼ਾਮਿਲ ਕਰਦੇ, ਹੈ ਨਾ। ਮੈਂ ਕਹਿੰਦੀ ਜਿੱਥੇ ਤਾਂ 2 ਜਾਣੇ ਨੇਗੇ, ਤੁਹਾਡੇ ਘਰੋਂ ਗਿਆ ਤੇ ਆਪਸ 'ਚ ਗੱਲ ਕਰਕੇ ਉਹ ਮਨ ਤਾਂ ਹੌਲਾ ਕਰ ਲੈਣਗੇ, ਹੈ ਨਾ, ਵੀ ਆਪਾਂ ਨੂੰ ਪੁੱਛਦੇ ਨਹੀਂ ਜਾਂ ਕੁਛ ਨਹੀਂ, ਜਾਂ ਉਹਨਾਂ ਨੂੰ ਇੱਕ ਦੂਜੇ ਦਾ ਸਹਾਰਾ ਤਾਂ ਰਹਿੰਦਾ ਹੋਊਗਾ। ਪਰ ਜਿਸ ਘਰ ਦੇ ਵਿੱਚ ਬਜ਼ੁਰਗ ਹੈ ਹੀ ਇਕੱਲਾ, ਉਹ ਕਿਹਦੇ ਨਾਲ ਆਪਣੇ ਕੰਨਾਂ ਨਾਲ ਗੱਲਾਂ ਕਰੂਗਾ ਉਹ, ਹੈ ਨਾ। ਦੇਖੋ ਆਪਣੇ ਦਿਲ ਦੀ ਗੱਲ ਵੀ ਕਿਸੇ ਨੂੰ ਨਹੀਂ ਕਹਿ ਸਕਦਾ ਹੈਗਾ ਵੀ ਮੈਂ ਕੀ ਮਹਿਸੂਸ ਕਰ ਰਿਹਾ, ਹੈ ਨਾ। ਜਾਂ ਉਹਨੂੰ ਤਾਂ ਇਹੀ ਲੱਗੂਗਾ ਵੀ ਜੇ ਅੱਜ ਮਤਲਬ ਇਹਨਾਂ ਦੀ ਮਾਂ ਹੁੰਦੀ ਜਾਂ ਮਾਂ ਨੂੰ ਇਹੀ ਚੀਜ਼ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਇਹੀ ਹੁੰਦੀ ਆ ਵੀ ਜੇ ਅੱਜ ਇਹਨਾਂ ਦਾ ਪਿਓ ਹੁੰਦਾ ਇਹ ਕਿਤੇ ਮੇਰੇ ਨਾਲ ਐਂ ਕਰ ਜਾਂਦੇ, ਹੈ ਨਾ। ਹੁਣ ਆਪਣੇ ਜਿਵੇਂ ਮੰਨ ਲਓ ਕਿਤੇ ਵਕੇਸ਼ਨ ਵੀ ਆਪਾਂ ਪਲਾਨ ਕਰਦੇ, ਆਪਾਂ ਕਹਿੰਦੇ ਅਸੀਂ ਫੈਮਿਲੀ 'ਤੇ ਜਾ ਰਹੇ ਹਾਂ, ਫੈਮਿਲੀ ਦੇ ਵਿੱਚ ਅਸੀਂ ਤੇ ਸਾਡਾ ਬੱਚਾ ਆਉਂਦੇ ਹਾਂ, ਪਰ ਸਾਡੇ ਘਰ ਦੇ ਬਜ਼ੁਰਗ ਨਹੀਂ ਆਉਂਦੇ, ਸਾਡੇ ਮਾਂ-ਬਾਪ ਨਹੀਂ ਆਉਂਦੇ। ਕਿਉਂ ਨਹੀਂ ਆਉਂਦੇ ਹੈਗੇ, ਹੈ ਨਾ। ਸੋ ਛੋਟੀਆਂ ਚੀਜ਼ਾਂ ਜੇ ਤੁਸੀਂ ਮਤਲਬ ਠੀਕ ਹੈ, ਮੈਂ ਇਹ ਨਹੀਂ ਕਹਿੰਦੀ ਹੈਗੀ, ਹਾਂ ਕਿਤੇ ਥੋੜ੍ਹਾ ਬਹੁਤ ਟਾਈਮ ਤੁਹਾਨੂੰ ਇਕੱਲਿਆਂ ਨੂੰ ਵੀ ਸਪੈਂਡ ਕਰਨ ਨੂੰ ਚਾਹੀਦਾ ਵਾ। ਹਾਂ ਤੁਸੀਂ ਜਾ ਰਹੇ ਹੋ ਜਾਂ ਤੁਸੀਂ ਆਪਦੇ ਬੱਚੇ ਨਾਲ ਜਾਂ ਆਪਦੇ ਬੱਚੇ ਤੋਂ ਬਿਨਾਂ ਤੁਸੀਂ ਦੋਵੇਂ ਮੀਆਂ ਬੀਬੀ ਕਿਤੇ ਇਕੱਲੇ ਜਾ ਰਹੇ ਹੋ, ਮੈਂ ਕਹਿੰਦੀ ਹਾਂ ਸਾਲ 'ਚ ਇੱਕ ਟ੍ਰਿਪ ਤੁਸੀਂ ਉਹਨਾਂ ਦੇ ਲਈ ਪਲਾਨ ਕਰ ਦਿਓ। ਉਹਨਾਂ ਨੂੰ ਤੁਸੀਂ ਕਿਸੇ ਧਾਰਮਿਕ ਥਾਂ 'ਤੇ ਮੱਥਾ ਟੇਕਣੀ ਜਾਂ ਮੱਥਾ ਟਿਕਾਉਣੀ ਲੈ ਜਾਓ ਨਾ, ਉਹਨਾਂ ਨੂੰ ਇਹ ਲੱਗੂਗਾ ਕਿ ਇਹ ਖਾਸ ਤੌਰ 'ਤੇ ਮੇਰੇ ਲਈ ਆਏ ਨੇ ਜਾਂ ਅੱਜ ਅਸੀਂ ਘਰੋਂ ਖਾਸ ਤੌਰ 'ਤੇ ਮੇਰੇ ਲਈ ਨਿਕਲ ਰਹੇ ਹਾਂ, ਹੈ ਨਾ। ਮੈਨੂੰ ਲੱਗਦਾ ਕਿ ਹੈ ਤਾਂ ਬਹੁਤ ਛੋਟੀਆਂ ਚੀਜ਼ਾਂ, ਬਹੁਤ ਸਾਰੇ ਘਰਾਂ ਦੇ ਵਿੱਚ ਬਜ਼ੁਰਗਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਵੀ ਜਾਂਦਾ, ਖਾਸ ਤੌਰ 'ਤੇ ਜਿੱਥੇ ਇਕੱਲੇ ਰਹਿ ਜਾਂਦੇ ਨੇ। ਪਰ ਜਿਵੇਂ ਤੁਸੀਂ ਕਿਹਾ ਕਿ ਮਾਨਸਿਕ ਤੌਰ 'ਤੇ ਬੰਦਾ ਕੀ ਮਹਿਸੂਸ ਕਰ ਰਿਹਾ, ਹੈ ਨਾ। ਜਾਂ ਕਈ ਘਰਾਂ ਦੇ ਵਿੱਚ ਆਪਾਂ ਜਦੋਂ ਜਾਂਦੇ ਹਾਂ ਤਾਂ ਉਹ ਮਤਲਬ ਬਜ਼ੁਰਗ ਗੱਲਾਂ ਕਰਨਗੇ ਕਿ ਵੀ ਉਹ ਰੋਟੀ ਖਾ ਕੇ ਆਪਦੇ ਕਮਰਿਆਂ 'ਚ ਵੜ ਜਾਂਦੇ ਨੇਗੇ ਤੇ ਮੈਂ ਬੈਠੀ ਇਕੱਲੀ ਝਾਕੀ ਜਾਂਦੀ ਹਾਂ, ਹੈ ਨਾ। ਤੇ ਜਿਹੜੀਆਂ ਮਤਲਬ ਜਨਾਨੀਆਂ ਹੁੰਦੀਆਂ ਨੇ ਉਹਨਾਂ ਦਾ ਤਾਂ ਫਿਰ ਵੀ ਆਸੇ-ਪਾਸੇ ਸ਼ਰੀਕੇ 'ਚ ਉਵੇਂ ਦਾ ਬਣਿਆ ਹੁੰਦਾ ਵਾ, ਹੈ ਨਾ। ਜੇ ਉਹ ਘਰੇ ਨਹੀਂ ਮਾੜਾ ਮੋਟੀ ਗੱਲ ਕਰਦੀਆਂ ਤਾਂ ਉਹ ਬਾਹਰ ਜਾ ਕੇ ਕਰ ਲੈਂਦੀਆਂ ਨੇ ਨਾ। ਪਰ ਤੁਸੀਂ ਇਹ ਦੇਖੋ ਜਿਸ ਘਰ ਦੇ ਵਿੱਚ ਇਕੱਲਾ ਬੰਦਾ ਰਹਿ ਜਾਂਦਾ ਹੋਊਗਾ ਉਹ ਕਿਹਦੇ ਨਾਲ ਗੱਲ ਕਰਦਾ ਹੋਊਗਾ, ਹੈ ਨਾ। ਨਾਲੇ ਗੁਰਦੀਪ ਜਿਵੇਂ ਆਪਾਂ ਅਜੀਤਪਾਲ ਅੰਕਲ ਨੂੰ ਮਿਲੇ ਸੀਗੇ, ਹੈ ਨਾ, ਉਹਨਾਂ ਨੇ ਕਿਹਾ ਵੀ ਸੀ ਇਹ ਗੱਲ। ਉਹ ਕਹਿੰਦੇ ਵੀ ਉਮਰ ਦਾ ਇੱਕ ਦੌਰ ਹੁੰਦਾ ਜਿੱਥੇ ਤੁਸੀਂ ਇੰਨੇ ਰੁੱਝੇ ਹੁੰਦੇ ਹੋ ਵੀ ਤੁਹਾਡੀ ਆਪਣੇ ਲਾਈਫ ਪਾਰਟਨਰ ਨਾਲ ਵੀ ਦਿਨ 'ਚ ਜੇ 10 ਮਿੰਟ ਵੀ ਨਹੀਂ ਗੱਲ ਹੁੰਦੀ ਤੁਹਾਨੂੰ ਮਹਿਸੂਸ ਨਹੀਂ ਹੁੰਦਾ। ਕਹਿੰਦੇ ਜਦੋਂ 60+ ਹੋ ਕੇ ਤੁਸੀਂ ਟੋਟਲੀ ਵਿਹਲੇ ਹੋ ਜਾਂਦੇ, ਨੌਕਰੀਆਂ ਤੋਂ ਵੀ ਹੋ ਜਾਂਦੇ ਹੋ, ਥੋੜ੍ਹੇ ਕੰਮਾਂ ਕਾਰਾਂ ਤੋਂ ਵੀ, ਕਹਿੰਦੇ ਉਦੋਂ ਤਾਂ ਤੁਹਾਡੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਜ਼ਿੰਦਗੀ 'ਚ ਤੁਹਾਡਾ ਸਾਥੀ, ਹੈ ਨਾ। ਤੇ ਉਸ ਸਮੇਂ ਨਾ ਹੋਵੇ, ਬੱਚੇ ਵੀ ਇੰਨੇ ਰੁੱਝੇ ਹੋਣ ਤੇ ਉਹ ਤਾਂ ਵਾਕਈ ਬੰਦੇ ਲਈ ਅਕੇਵੇਂ ਵਾਲਾ ਵੀ ਮਤਲਬ ਸਮਾਂ ਹੋ ਜਾਂਦਾ ਤੇ ਔਖਾ ਵੀ ਹੋ ਜਾਂਦਾ ਬਹੁਤ ਕੱਟਣਾ।
ਮੈਂ ਨਾ ਇੱਕ ਵਾਰੀ ਮਤਲਬ ਇੱਦਾਂ ਹੀ ਕਿਸੇ ਨਾਲ ਗੱਲਾਂ ਬਾਤਾਂ ਕਰ ਰਹੀ ਸੀਗੀ ਤੇ ਅਸੀਂ ਕਹਿਣ ਲੱਗ ਗਏ ਕਿ ਆਪਾਂ ਕਈ ਵਾਰੀ ਜਿਵੇਂ ਆਪਣੇ ਘਰ 'ਚ ਮੰਮੀ ਡੈਡੀ ਨੇ ਨਾ ਵੀ ਆਪਾਂ ਕਹਿੰਦੇ ਹੁੰਦੇ ਸੀ ਪਹਿਲਾਂ ਆਪਣੇ ਪਿੰਡਾਂ 'ਚ ਕਿ ਲੋਕੀ ਕਹਿੰਦੇ ਹੁੰਦੇ ਸੀ ਜੇ ਕੋਈ ਪਸ਼ੂ ਵੀ ਖਰੀਦਣ ਜਾਂਦਾ ਸੀ ਨਾ ਤਾਂ ਉਹ ਵੀ ਕਹਿੰਦੇ ਹੁੰਦੇ ਸੀ ਫਲਾਣਿਆਂ ਦਾ ਬੰਦਾ ਬਹੁਤ ਸਿਆਣਾ ਉਹਨੂੰ ਲੈ ਜਾਓ ਹਨਾ। ਤੇ ਉਹ ਸਿਆਣਪ ਇਹੀ ਹੁੰਦੀ ਸੀ ਵੀ ਉਹਦੀ ਉਮਰ ਵਾਹਵਾ ਹੈ ਤੇ ਉਹਨੇ ਸਾਰਾ ਕੁਛ ਦੇਖਿਆ ਹੋਇਆ ਜ਼ਿੰਦਗੀ 'ਚ। ਲੋਕਾਂ ਨੇ ਕਿਤੇ ਰਿਸ਼ਤੇ ਕਰਨ ਜਾਣਾ ਤਾਂ ਵੀ ਉਹ ਚੁਣ ਲੈਂਦੇ ਹੁੰਦੇ ਸੀ ਵੀ ਰਿਸ਼ਤੇਦਾਰੀ 'ਚ ਕਿਹੜਾ ਸਿਆਣਾ ਬੰਦਾ ਉਹਨੂੰ ਲੈ ਕੇ ਜਾਈਏ। ਤੇ ਹੁਣ ਅਸੀਂ ਆਪਣੇ ਘਰਾਂ 'ਚ ਜਿਹੜੇ ਸਿਆਣੇ ਨੇ ਉਹਨਾਂ ਦੀ ਸਲਾਹ ਨਹੀਂ ਲੈ ਕੇ ਰਾਜੀ ਹਨਾ। ਤੇ ਤੁਸੀਂ ਦੇਖੋ ਕਿ ਕਈ ਵਾਰੀ ਸਾਡਾ ਨਿਆਣਾ ਕੋਈ ਗਲਤੀ ਕਰਦਾ ਅਸੀਂ ਉਹਨੂੰ ਕਹਿੰਦੇ ਤੈਨੂੰ ਬੜਾ ਪਤਾ ਮੈਨੂੰ ਜ਼ਿਆਦਾ ਪਤਾ ਮੈਂ ਉਮਰ 'ਚ ਤਜਰਬੇ 'ਚ ਤੇਰੇ ਤੋਂ ਵੱਡਾ ਹਨਾ। ਤੇ ਜਿਹੜੇ ਸਾਡੇ ਤੋਂ 30 ਸਾਲ ਤਜਰਬਿਆਂ 'ਚ ਵੱਡੇ ਨੇ ਅਸੀਂ ਆਪਣੀ ਕੋਈ ਮਤਲਬ ਗੱਲ ਕਰਨ ਵੇਲੇ ਕਹਿ ਦਿੰਦੇ ਇਹਨਾਂ ਨੂੰ ਕੀ ਪਤਾ ਮਤਲਬ ਇਹ ਕਿਹੜਾ ਅੱਜ ਦੇ ਜ਼ਮਾਨੇ ਦੇ ਨੇ ਨਾ ਉੱਥੇ ਅਸੀਂ ਫਿਰ ਇਹ ਚੀਜ਼ਾਂ ਕਰਨ ਲੱਗ ਜਾਂਦੇ ਹਾਂ। ਤੇ ਜਿਵੇਂ ਤੁਸੀਂ ਕਿਹਾ ਜ਼ਿੰਮੇਵਾਰੀ ਦੋਵਾਂ ਦੀ ਹੋਣੀ ਚਾਹੀਦੀ ਆ। ਹਾਂ ਮਤਲਬ ਘਰ 'ਚ ਜਿੰਨੇ ਵੀ ਬੰਦੇ ਨੇ ਉਹ ਸਾਰਿਆਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਘਰ 'ਚ ਜਦੋਂ ਕੋਈ ਐਵੇਂ ਦਾ ਬੰਦਾ ਉਹਨੂੰ ਤੁਸੀਂ ਆਰਾਮ ਸਕੂਨ ਮਤਲਬ ਆਰਥਿਕ ਤੌਰ 'ਤੇ ਵੀ ਉਹਦਾ ਥੋੜ੍ਹਾ ਜਿਹਾ ਹੋਲਡ ਘਰ 'ਚ ਹੋਵੇ ਹੈ ਨਾ। ਉਹਦੇ ਨਾਲ ਬੰਦਾ ਛੋਟੀ ਛੋਟੀ ਚੀਜ਼ ਹੈ ਉਹਦੇ ਨਾਲ ਹੀ ਬੰਦਾ ਖੁਸ਼ੀ ਮਹਿਸੂਸ ਕਰਦਾ। ਕਈ ਘਰਾਂ 'ਚ ਤਾਂ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਮਾਂ ਪਿਓ ਦਾ ਖਰਚਾ ਬੰਨ੍ਹ ਦਿੰਦੇ ਨੇ ਲੋਕ ਹੈ ਨਾ। ਉਹ ਕਹਿਣਗੇ ਕਿ ਹੁਣ ਤੁਹਾਡੀ ਇੰਨੀ ਕੁ ਉਮਰ ਹੋ ਗਈ ਹੁਣ ਤੁਹਾਡੀਆਂ ਇੰਨੀਆਂ ਕੁ ਜ਼ਰੂਰਤਾਂ ਨੇ। ਅਸੀਂ ਇੱਦਾਂ ਹੀ ਕਿਤੇ ਕਿਸੇ ਬਾਰੇ ਗੱਲ ਕਰ ਰਹੇ ਸੀ ਅਤੇ ਮਤਲਬ ਸਾਡੇ ਕੋਈ ਦੱਸਣ ਲੱਗ ਗਏ ਘਰੇ। ਮੈਂ ਉਹਨਾਂ ਨੂੰ ਕਿਹਾ ਕਿ ਉਸ ਉਮਰ 'ਚ ਮਤਲਬ ਉਹਨਾਂ ਕੋਲ ਕਿੰਨੇ ਰਿਸ਼ਤੇਦਾਰਾਂ ਨੇ ਮਿਲਣ ਆਉਣਾ ਹੁੰਦਾ ਹੈ ਨਾ। ਬੰਦੇ ਦੀਆਂ ਭਤੀਜੀਆਂ ਬੰਦੇ ਦੇ ਭਰਾਵਾਂ ਦੇ ਬੱਚੇ ਗਾਹਾਂ ਨਣਾਨਾਂ ਦੇ ਬੱਚੇ ਕਿ ਉਸ ਉਮਰ 'ਚ ਤਾਂ ਉਹਨਾਂ ਦੇ ਹੱਥ 'ਚ ਸਭ ਤੋਂ ਜ਼ਿਆਦਾ ਪੈਸਾ ਹੋਣਾ ਚਾਹੀਦਾ ਹੈ ਨਾ। ਅਤੇ ਉੱਥੇ ਅਸੀਂ ਫਿਰ ਬੰਨ੍ਹਦੇ ਹਾਂ ਜਿਵੇਂ ਤੁਸੀਂ ਕਿਹਾ ਕਿ ਸਬਜ਼ੀ ਲਈ ਵੀ ਉਹ ਪੈਸੇ ਬੰਦਾ ਫਿਰ ਮੰਗ ਕੇ ਲੈਂਦਾ ਆਪਦੇ ਬੱਚਿਆਂ ਤੋਂ। ਮੈਂ ਤਾਂ ਹਰ ਬੰਦੇ ਨੂੰ ਚਾਹੇ ਕਈ ਵਾਰੀ ਉਹ 'ਚ ਸਾਡੇ ਮੰਮੀ ਡੈਡੀ ਵੀ ਆਉਂਦੇ ਨੇ ਉਹ ਕਈ ਵਾਰੀ ਕਹਿਣਗੇ ਕਿ ਹੁਣ ਸਾਡੀ ਉਮਰ ਹੋ ਗਈ ਅਸੀਂ ਸਾਰਾ ਕੁਛ ਹੈ ਨਾ ਦੇ ਦੇਣਾ ਤੁਹਾਨੂੰ। ਤਾਂ ਮੈਂ ਉਹਨਾਂ ਨੂੰ ਕਹਿੰਦੀ ਵੀ ਕਾਹਦੇ ਲਈ ਦੇ ਦੇਣਾ ਹੈ ਨਾ। ਵੀ ਉਹ ਤੁਹਾਡੀ ਜ਼ਿੰਦਗੀ ਭਰ ਦੀ ਕਮਾਈ ਆ ਜਿੰਨਾ ਚਿਰ ਤੁਹਾਡੇ ਕੋਲੇ ਰਹੂਗੀ ਓਨਾ ਚਿਰ ਤੁਹਾਨੂੰ ਉਹਦਾ ਹੌਸਲਾ। ਆਪਾਂ ਬੰਦੇ ਨੂੰ ਆਪਦੀ ਜਾਇਦਾਦ ਦਾ ਬੰਦੇ ਨੂੰ ਆਪਦੇ ਪੈਸੇ ਦਾ ਬੈਂਕ 'ਚ 10,000 ਵੀ ਪਿਆ ਹੋਵੇ ਕਿੰਨਾ ਹੌਸਲਾ ਹੁੰਦਾ ਹੈ ਨਾ। ਅਤੇ ਉਹੀ ਹੌਸਲਾ ਸੱਚੀ ਜਦੋਂ ਤੁਹਾਡੇ ਹੱਥ 'ਚ ਸਭ ਕੁਛ ਆ ਤੁਹਾਨੂੰ ਜ਼ਿੰਦਗੀ ਲਈ ਵੀ ਪੋਜ਼ੀਟਿਵ ਕਰਦਾ। ਫਿਰ ਜਿਹੜੀ ਗੱਲ ਤੁਸੀਂ ਪਿਆਰ ਨਾਲ ਕਹਿਣੀ ਆ ਤੁਸੀਂ ਉਹਨੂੰ ਰੋਅਬ ਨਾਲ ਕਹਿਣਾ ਵੀ ਸਿੱਖ ਜਾਂਦੇ ਹੋ। ਅਤੇ ਉਹ ਹਰ ਬੰਦੇ ਨੂੰ ਸੋਚਣਾ ਚਾਹੀਦਾ ਆਪਦੇ ਭਵਿੱਖ ਲਈ। ਜਿਵੇਂ ਤੁਸੀਂ ਕਿਹਾ ਉਮਰਾਂ ਬਹੁਤ ਥੋੜ੍ਹੀਆਂ ਨੇ। ਹਰ ਬੰਦਾ ਇਹ ਸੋਚੇ ਕਿ ਜ਼ਿੰਦਗੀ 'ਚ ਮੈਂ ਨਾ ਰਵਾਂ ਤਾਂ ਮੇਰੀ ਲਾਈਫ ਪਾਰਟਨਰ ਕਦੀ ਕਿਸੇ ਵੱਲ ਮਤਲਬ ਹੱਥ ਨਾ ਅੱਡੇ ਹੈ ਨਾ। ਅਤੇ ਬਜ਼ੁਰਗਾਂ ਨੂੰ ਸੱਚੀ ਆਪਣੇ ਨਾਲ ਜਾਇਦਾਦ ਆਪਣੇ ਨਾਲ ਪੈਸਾ ਜ਼ਰੂਰ ਰੱਖਣਾ ਚਾਹੀਦਾ। ਬੇਸ਼ੱਕ ਆਪਾਂ ਕਹਿੰਦੇ ਕਿ ਹਿੱਕ 'ਤੇ ਧਰ ਕੇ ਤਾਂ ਕਿਸੇ ਨੇ ਨਹੀਂ ਲੈ ਕੇ ਜਾਣਾ ਤੁਸੀਂ ਨਾਲ ਤਾਂ ਨਹੀਂ ਲਿਜਾਣ ਲੱਗੇ ਬਾਅਦ 'ਚੋਂ ਵੀ ਤੁਹਾਡੀ ਔਲਾਦ ਦੇ ਹੀ ਕੰਮ ਆਊਗਾ। ਪਰ ਜਦੋਂ ਤੁਸੀਂ ਪਹਿਲਾਂ ਹੀ ਦੇ ਦਿੰਦੇ ਹੋ ਤਾਂ ਸੱਚੀ ਮੈਨੂੰ ਲੱਗਦਾ ਕਿਤੇ ਨਾ ਕਿਤੇ 50% ਅਹਿਮੀਅਤ ਤੁਹਾਡੀ ਉੱਥੇ ਹੀ ਘੱਟ ਜਾਂਦੀ। ਪੈਣੇ ਪੈ ਕੇ ਨਹੀਂ ਜਿਉਂਦੇ ਜੀ ਵੀ ਨਾ ਆਪਣੇ ਮਾਂ-ਬਾਪ ਦੇ ਇਹ ਸੁਭਾਅ ਬਣੇ ਹੋਏ ਨੇ ਕਿ ਜੇ ਆਪਾਂ ਜਿਉਂਦੇ ਜੀ ਵੀ ਚਲੋ ਮਰਨ ਤੋਂ ਬਾਅਦ ਤਾਂ ਆਪਾਂ ਕਹਿੰਦੇ ਕਿ ਹਾਂ ਤੇ ਮਰਨ ਤੋਂ ਬਾਅਦ ਵੀ ਤਾਂ ਤੁਹਾਡੀ ਔਲਾਦ ਦੇ ਕੰਮ ਆਉਣਾ ਤਾਂ ਹੁਣ ਤੁਸੀਂ ਆਪਦੇ ਹੱਥੀਂ ਦੇ ਦਿਓ। ਮੈਂ ਕਹਿੰਦੀ ਉਹ ਜਿਉਂਦੇ ਜੀ ਵੀ ਜੇ ਤੁਸੀਂ ਮਤਲਬ ਦੇਖੋਗੇ ਨਾ ਆਪਣੇ ਘਰਾਂ ਦੇ ਵਿੱਚ ਲਾਉਣੇ ਉਹਨਾਂ ਦੀ ਔਲਾਦ ਤੇ ਹੀ ਹੁੰਦੇ ਆਪਣੇ ਤੇ ਹੀ ਲਾਉਣੇ ਹੁੰਦੇ ਨੇ ਉਹਨਾਂ ਨੇ। ਪਰ ਹੈ ਨਾ ਜਿਹੜੇ ਉਹ ਆਪਦੇ ਹੱਥੀਂ ਲਾ ਰਹੇ ਨੇਗੇ ਉਹਨਾਂ ਨੂੰ ਚਾਅ ਵੀ ਹੁੰਦਾ ਅਤੇ ਉਹਨਾਂ ਦਾ ਇਹਨਾਂ ਨੂੰ ਇਹ ਵੀ ਹੁੰਦਾ ਹੈ ਕਿ ਮੇਰੀ ਵੀ ਬੁੱਕਤ ਹੈ ਘਰ 'ਚ ਹੈ ਨਾ। ਉਹਨਾਂ ਨੂੰ ਇਹ ਲੱਗਦਾ ਹੈ ਕਿ ਮੇਰੇ ਤਾਈਂ ਵੀ ਇਹਨਾਂ ਨੂੰ ਲੋੜ ਹੈਗੀ ਆ ਸਿਰਫ ਮੈਂ ਹੀ ਇਹਨਾਂ ਤੱਕ ਮਤਲਬ ਡਿਪੈਂਡੈਂਟ ਨਹੀਂ ਆ ਤਾਂ ਵੀ ਮੇਰੇ ਹੱਥ 'ਚ ਵੀ ਕੁਛ ਹੈਗਾ। ਪਤਾ ਨਹੀਂ ਇਹ ਸੱਚੀ ਇਹ ਚੀਜ਼ਾਂ ਮਾਇਨੇ ਰੱਖਦੀਆਂ ਨੇ ਜਿੰਨਾ ਆਪਾਂ ਮਰਜ਼ੀ ਕਹੀ ਜਾਈਏ ਕਿ ਸਿਰਫ ਪਿਆਰ ਹੋਣਾ ਚਾਹੀਦਾ ਪਿਆਰ ਸਤਿਕਾਰ ਬਹੁਤ ਜ਼ਰੂਰੀ ਆ ਹੈ ਨਾ। ਪਰ ਮੈਂ ਕਹਿੰਦੀ ਕੁਛ ਕੁ ਜਿਹੜੀਆਂ ਚੀਜ਼ਾਂ ਨੇ ਫਾਈਨੈਂਸ਼ੀਅਲ ਇੰਡੀਪੈਂਡੈਂਸ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ ਹੈ ਨਾ ਜਾਂ ਕਿਸੇ ਕੋਈ ਆਪਣੇ ਕਾਰਜ ਦੀ ਕਿਸੇ ਆਪਾਂ ਵਿਆਹ ਸ਼ਾਦੀ ਦੇ ਵਿੱਚ ਸ਼ਾਮਿਲ ਹੁੰਦੇ ਹਾਂ ਆਪਾਂ ਉੱਦਾਂ ਹੀ ਤੁਸੀਂ ਉਹਨਾਂ ਨੂੰ ਪੁੱਛ ਲਈ ਨਾ ਵੀ ਆਪਾਂ ਕਿਵੇਂ ਜਾਣਾ ਆਪਾਂ ਕਿਵੇਂ ਕਰਨਾ ਉਹ ਉਨੇ 'ਚ ਹੀ ਖੁਸ਼ ਹੋ ਜਾਂਦੇ ਨੇਗੇ ਕਿ ਵੀ ਘੱਟੋ ਘੱਟ ਸਾਨੂੰ ਪੁੱਛਿਆ ਤਾਂ ਸਹੀ ਹੈ ਨਾ ਕੋਈ ਸਾਡੀ ਬਾਤ ਤਾਂ ਪੁੱਛਦਾ ਆ। ਨਹੀਂ ਤਾਂ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਮੈਂ ਤੇ ਮੇਰੇ ਘਰ ਵਾਲੇ ਨੇ ਗੱਲਬਾਤ ਕਰ ਲਈ ਤਾਂ ਬਸ ਠੀਕ ਆ ਕਿਉਂਕਿ ਕਰਨਾ ਤਾਂ ਮੂਹਰੇ ਹੋ ਕੇ ਅਸੀਂ ਹੋਈ ਹਾਂ। ਆਪਾਂ ਕਈ ਵਾਰੀ ਇਹ ਕਹਿ ਦਿੰਦੇ ਨਾ ਵੀ ਕਰਨਾ ਤਾਂ ਮੂਹਰੇ ਹੋ ਕੇ ਜਦ ਅਸੀਂ ਹੋਈਆਂ ਤਾਂ ਫਿਰ ਬਸ ਅਸੀਂ ਸਲਾਹ ਵੀ ਕਰ ਲਈਏ ਨਾ। ਪਰ ਮੈਨੂੰ ਲੱਗਦਾ ਹੁੰਦਾ ਹੈ ਕਿ ਜਿਹੜੇ ਮਾਂ ਬਾਪ ਨੇ ਸਾਰੀ ਉਮਰ ਤੁਹਾਡੇ ਲਈ ਕੀਤਾ ਵਾ ਤਾਂ ਇੱਕ ਮੌਕੇ 'ਤੇ ਜੇ ਤੁਸੀਂ ਉਹਨਾਂ ਨੂੰ ਪੁੱਛ ਲਓਗੇ ਕਿ ਮੰਮੀ ਜਾਂ ਪਾਪਾ ਹੁਣ ਆਪਾਂ ਕਿਵੇਂ ਕਰੀਏ ਜਾਂ ਕਿਵੇਂ ਕਰਨਾ ਜਾਂ ਇਹਨਾਂ ਨਾਲ ਆਪਾਂ ਕਿਵੇਂ ਵਰਤਦੇ ਹਾਂ ਨਾ ਤਾਂ ਮੈਨੂੰ ਲੱਗਦਾ ਕਰਨਾ ਤਾਂ ਤੁਸੀਂ ਹੋਈ ਆ ਸਾਰਾ ਕੁਛ। ਘੱਟੋ ਘੱਟ ਸਲਾਹ ਤਾਂ ਆਪਾਂ ਉਹਨਾਂ ਦੀ ਲਈ ਸਕਦੇ ਹਾਂ ਉਹਨਾਂ ਨੂੰ ਇਹ ਲੱਗੇ ਕਿ ਹਾਂ ਮੈਂ ਵੀ ਸ਼ਾਮਿਲ ਹੈਗਾ ਇਸ ਪਰਿਵਾਰ ਦੇ ਵਿੱਚ ਜਾਂ ਮੇਰੀ ਵੀ ਬੁੱਕਤ ਹੈਗੀ ਇਸ ਪਰਿਵਾਰ ਦੇ ਵਿੱਚ। ਸਹੀ ਗੱਲ ਦੇਖੋ ਕਈ ਵਾਰੀ ਨਾ ਆਪਣੀਆਂ ਤਾਂ ਮਤਲਬ ਜਨਾਨੀਆਂ ਇੰਨੇ ਇੱਕ ਨਾ ਸਮਝੀ ਵਾਲੇ ਫੈਸਲੇ ਲੈਂਦੀਆਂ ਨੇ ਜ਼ਿੰਦਗੀ 'ਚ
ਕਿ ਸਾਰੀ ਉਮਰ ਕਰੀ ਜਾਣਗੀਆਂ ਵੀ ਗਹਿਣੇ ਹੁੰਦੇ ਨੇ ਜਿਹੜੇ ਜਨਾਨੀ ਦਾ ਦੂਜਾ ਖਸਮ ਹੁੰਦਾ ਹੈ ਨਾ, ਤੇ ਜਦੋਂ ਮੁੰਡਾ ਵਿਆਹ ਲਿਆ ਕੁੜੀ ਵਿਆਹ ਲਈ, ਜੇ 4 ਟੂਮਾਂ ਵੀ ਨੇ ਨਾ, ਆ 2 ਤੇਰੀਆਂ 2 ਤੇਰੀਆਂ 2 ਤੇਰੀਆਂ, ਮਤਲਬ ਜਿਵੇਂ ਸਮਝ ਲੈਂਦੀਆਂ ਨੇ ਕਿ ਮੈਂ ਤਾਂ ਹੁਣ ਰਿਟਾਇਰ ਹੋ ਗਈ, ਮਤਲਬ ਮੈਂ ਤਾਂ ਹੁਣ ਪਤਾ ਨਹੀਂ ਸਾਲ ਆ ਪਤਾ ਨਹੀਂ 2 ਸਾਲ, ਹੈ ਨਾ। ਤੁਸੀਂ ਘਰੇ ਪੁੱਛੋਗੇ ਨਾ ਵੀ ਮੰਮੀ ਆ ਬਾਹਾਂ 'ਚ ਕੁਛ ਨਹੀਂ ਪਾਇਆ ਹੈਗਾ, ਤੇਰੀਆਂ ਚੂੜੀਆਂ ਕਿੱਥੇ ਨੇ, ਉਹ ਤਾਂ ਮੈਂ ਤੇਰੇ ਵਿਆਹ ਨੂੰ ਪਹਿਨਾਤੀਆਂ ਸੀ। ਮੰਮੀ ਉਹ ਤੁਹਾਡਾ ਫਲਾਣਾ ਕਿੱਥੇ ਆ, ਉਹ ਤਾਂ ਮੈਂ ਤੇਰੀ ਭੈਣ ਦੇ ਵਿਆਹ ਨੂੰ ਪਹਿਨਾਤੀ। ਮੰਮੀ ਆਹ ਫਲਾਣੀ ਚੀਜ਼ ਸੀਗੀ ਤੁਹਾਡੇ ਕੋਲ, ਉਹ ਮੈਂ ਤੇਰੇ ਭਰਾ ਦੇ ਵਿਆਹ ਨੂੰ ਪਹਿਨਾਤੀ ਸੀ। ਮੈਨੂੰ ਲੱਗਦਾ ਕਿ ਉਮਰ ਦਾ ਇਹ ਜਿਹੜਾ ਦੌਰ ਹੁੰਦਾ ਨਾ ਗੁਰਦੀਪ, ਇੱਥੇ ਤੁਹਾਨੂੰ ਕਦੇ ਵੀ ਸਰੀਰਕ ਤੌਰ ਤੇ ਕੋਈ ਵੀ ਤੰਗੀ ਆ ਸਕਦੀ ਹੈ, ਮਤਲਬ ਜ਼ਰੂਰੀ ਨਹੀਂ ਉਹ ਤਾਂ ਤੁਹਾਨੂੰ ਯੰਗ ਏਜ 'ਚ ਵੀ ਆ ਸਕਦੀ ਹੈ, ਪਰ ਫਿਰ ਵੀ ਜਿਵੇਂ ਤੁਸੀਂ ਕਿਹਾ ਕਿ ਉਸ ਉਮਰ 'ਚ ਸੱਚੀ ਸਰੀਰ ਲਈ ਬਹੁਤ ਸਾਰੀਆਂ ਲੋੜਾਂ ਬਦਲ ਜਾਂਦੀਆਂ ਨੇ, ਤੁਹਾਡੀ ਬਹੁਤ ਸਾਰੀਆਂ ਦਵਾਈਆਂ ਤੁਹਾਨੂੰ ਲੱਗ ਜਾਂਦੀਆਂ ਨੇ ਨਾ, ਤੇ ਉਸ ਉਮਰ 'ਚ ਸਭ ਤੋਂ ਛੇਤੀ ਹੱਥ ਵੜਾ ਕੇ ਦੂਜਿਆਂ ਨੂੰ ਫੜਾ ਦੇਣਗੇ, ਹੈ ਨਾ। ਵੀ ਜਿਵੇਂ ਸਾਨੂੰ ਵੀ ਪਤਾ ਵੀ ਸਾਡੇ ਮਾਂ ਪਿਓ ਨੇ ਜਿਹੜੇ, ਉਹਨਾਂ ਨੇ ਸਾਨੂੰ ਹੀ ਦੇ ਕੇ ਜਾਣਾ, ਉਹਨਾਂ ਨੇ ਕਿਸੇ ਤੀਜੇ ਦੇ ਨਾਂ ਨਹੀਂ ਲਵਾ ਜਾਣਾ, ਪਰ ਸੱਚੀ ਉਹਨਾਂ ਦੀ ਮੇਰ ਰਹਿਣ ਦੇਣੀ ਚਾਹੀਦੀ ਹੈ। ਹੁਣ ਮੈਨੂੰ ਪਤਾ ਹੈ ਕਿ ਜਦੋਂ ਦੀ ਮੈਂ ਆਪਣੇ ਘਰ 'ਚ ਵਿਆਹ ਕੇ ਆਈ ਹਾਂ, ਮੈਂ ਆਪਣੇ ਘਰ ਦੀ ਇਕੱਲੀ ਇਕੱਲੀ ਚੀਜ਼ ਆਪ ਬਣਾ ਰਹੀ ਹਾਂ, ਹੈ ਨਾ, ਤੇ ਕੱਲ੍ਹ ਨੂੰ ਮੈਂ ਹੁਣ ਆਪਣਾ ਬੱਚਾ ਵਿਆਹੂੰਗੀ ਤੇ ਮੈਂ ਉਹਨੂੰ ਜਦ ਹੀ ਫੜਾ ਦੂੰਗੀ ਸਾਰਾ ਕੁਛ, ਮਤਲਬ ਮੈਨੂੰ ਤਾਂ ਇੰਨੀ ਤਕਲੀਫ ਹੋਊਗੀ ਸੱਚੀ ਗੱਲ ਹੈ ਕਿ ਮੈਨੂੰ ਇੰਨੀ ਤਕਲੀਫ ਹੋਊ ਕਿ ਮੈਂ, ਹੈ ਨਾ, ਹਰ ਚੀਜ਼ ਆਪਣੀ ਮਿਹਨਤ ਨਾਲ ਬਣਾਈ ਆ, ਤੇ ਜੇ ਮੇਰੇ ਬੱਚੇ 'ਚ ਹਿੰਮਤ ਉਹ ਆਪਣੇ ਆਪ ਬਣਾਊਗਾ, ਉਹ ਆਪਣੇ ਲਈ ਆਪਣੀ ਜ਼ਿੰਦਗੀ ਵਧੀਆ। ਹਾਂ, ਤੁਸੀਂ ਬੱਚੇ ਦੀ ਜ਼ਰੂਰਤ ਪੂਰੀ ਕਰਨਾ ਤੁਹਾਡਾ ਫਰਜ਼ ਆ, ਪਰ ਇਹ ਵੀ ਨਹੀਂ ਹੈਗਾ ਕਿ ਉਹਦੀਆਂ ਜ਼ਰੂਰਤਾਂ ਪੂਰੇ ਕਰਨ ਦੇ ਚੱਕਰ 'ਚ ਤੁਸੀਂ ਆਪਣਾ ਬੁਢਾਪਾ ਰੋਲ ਲਓ, ਉਹ ਚੀਜ਼ ਵੀ ਹੈ ਜਿਹੜੀ ਗਲਤ ਆ, ਹੈ ਨਾ। ਫਿਰ ਉੱਥੇ ਸੱਚੀ ਮਤਲਬ ਕਦਰ ਨਹੀਂ ਰਹਿੰਦੀ। ਆਪਾਂ ਚਾਹੇ ਲੱਖ ਕਹੀਏ ਕਿ ਸਾਡੇ ਮਾਂ ਪਿਓ ਨੇ, ਅਸੀਂ ਬੜੀ ਇੱਜ਼ਤ ਕਰਦੇ ਹਾਂ। ਇੱਕ ਵਾਰ ਮੈਂ ਇੱਦਾਂ ਹੀ ਕਿਤੇ ਲਿਖਿਆ ਸੀਗਾ ਕਿ ਉਹ ਘਰਾਂ 'ਚ ਕਦੇ ਵੀ ਬਰਕਤਾਂ ਨਹੀਂ ਹੁੰਦੀਆਂ ਜਿੱਥੇ ਬਜ਼ੁਰਗਾਂ ਨੂੰ ਖਰਚਾ ਵੀ ਔਲਾਦ ਤੋਂ ਮੰਗਣਾ ਪਵੇ, ਹੈ ਨਾ। ਤਾਂ ਉੱਥੇ ਮੈਂ ਪੜ੍ਹਿਆ ਸੀ ਕਿ ਲੋਕ ਕਿੰਨੇ ਮਤਲਬੀ ਹੋ ਗਏ ਨੇ, ਕਿੰਨੇ ਲੋਕਾਂ ਨੇ ਲਿਖਿਆ ਸੀ ਜੇ ਮਾਂ ਪਿਓ ਹੀ ਭੈੜੇ ਹੋਣ, ਮਤਲਬ ਹਾਂ ਹੋ ਸਕਦੇ ਨੇ, ਮਾਂ ਪਿਓ ਦੀ ਤੁਹਾਡੇ ਨਾਲ ਨਹੀਂ ਬਣਦੀ ਹੋ ਸਕਦੀ, ਤੁਹਾਡੀ ਸੋਚ ਨਹੀਂ ਰਲਦੀ ਹੋ ਸਕਦੀ, ਫੈਸਲੇ ਨਹੀਂ ਇੱਕੋ ਜਿਹੇ ਹੋ ਸਕਦੇ, ਪਰ ਮੈਨੂੰ ਲੱਗਦਾ ਕਿ ਫਿਰ ਵੀ ਜਿਨ੍ਹਾਂ ਨੇ ਤੁਹਾਨੂੰ ਪਾਲਿਆ, ਤੁਹਾਡੇ ਉਨੇ ਹੀ ਫਰਜ਼ ਉਹਨਾਂ ਲਈ ਹੋਣੇ ਚਾਹੀਦੇ ਜਿੰਨੀ ਰੀਝ ਨਾਲ ਤੁਸੀਂ ਆਪਦੇ ਬੱਚਿਆਂ ਦੇ ਚਾਅ ਪਗਾਉਂਦੇ ਹੋ ਨਾ। ਥੋੜੇ ਦਿਨ ਪਹਿਲਾਂ ਨਾ ਮੰਮੀ ਨਾਲ ਮੈਂ ਗੱਲ ਕਰਦੀ ਸੀਗੀ, ਤਾਂ ਉਹ ਜਿਵੇਂ ਆਈ ਆਪਾਂ ਕਿਸੇ ਦੀ ਗੱਲ ਕਰਦੇ ਸੀਗੇ ਵੀ ਜਿਵੇਂ ਕਿਸੇ ਨੂੰ ਆਪਦੇ ਮਾਂ-ਬਾਪ ਤੋਂ ਕਾਫੀ ਜ਼ਿਆਦਾ ਸ਼ਿਕਾਇਤ ਸੀਗੀ, ਹੈ ਨਾ। ਚਲੋ ਸੀਗਾ ਵੀ ਉਹਨਾਂ ਦੇ ਘਰੇ ਥੋੜ੍ਹਾ ਜਿਹਾ, ਹੈ ਨਾ, ਅਤੇ ਕਈ ਵਾਰੀ ਬਜ਼ੁਰਗ ਵੀ ਆਪਾਂ ਨਾ ਸਮਝੀ ਵਾਲੇ ਫੈਸਲੇ ਲੈ ਜਾਂਦੇ ਹਾਂ, ਹੈ ਨਾ। ਤੇ ਮੰਮੀ ਉਹਨਾਂ ਨੂੰ ਕਹਿੰਦੇ ਕਿ ਦੇਖ ਮਾਂ-ਬਾਪ ਤੇਰੇ ਨੇ ਸਾਂਭਣੇ ਤਾਂ ਤੈਨੂੰ ਹੀ ਪੈਣੇ ਨੇ, ਪਰ ਇੱਕ ਗੱਲ ਪੱਲੇ ਨਾ ਬੰਨ੍ਹ ਲਓ ਵੀ ਮਾਂ-ਬਾਪ ਚਾਹੇ ਚੰਗਾ ਚਾਹੇ ਮਾੜਾ ਆ, ਜੇ ਮਾਂ-ਬਾਪ ਕਹਿੰਦੇ ਮਾੜਾ ਵੀ ਹੈ ਨਾ ਤਾਂ ਉਹ ਆਪਣੀ ਔਲਾਦ ਨੂੰ ਬਦਦੁਆ ਨਹੀਂ ਦਿੰਦਾ ਹੈਗਾ ਕਦੇ ਵੀ। ਹਾਂ, ਉੱਦਾਂ ਤੁਹਾਡੇ ਅੱਖਾਂ ਦੇ ਸਾਹਮਣੇ ਆ, ਤੇਰੇ ਨਾਲ ਬਥੇਰਾ ਕੁਛ ਕਰੀ ਜਾਊਗਾ, ਉਹ ਤੈਨੂੰ ਕੁਛ ਗੱਲ ਕਹਿ ਦੂ ਜਾਂ ਜਿਹਦੇ ਨਾਲ ਤੈਨੂੰ ਠੇਸ ਪਹੁੰਚੇ, ਕੋਈ ਚੀਜ਼ ਕਰ ਦੂ, ਜਾਂ ਤੇਰੇ ਪਰਿਵਾਰ ਨੂੰ ਜਾਂ ਤੇਰੀ ਘਰਵਾਲੀ ਨੂੰ ਨਹੀਂ ਸਮਝਦੇ ਚੰਗਾ, ਹੈ ਨਾ, ਜਾਂ ਉਸ ਪੱਖੋਂ ਤੁਹਾਨੂੰ ਤੰਗ ਵੀ ਕਰਨਗੇ। ਪਰ ਕਹਿੰਦੇ ਵੀ ਮਾਂ-ਬਾਪ ਦੇਖੋ ਜਿੰਨਾ ਮਰਜ਼ੀ ਮਾੜਾ ਆ, ਇੱਕ ਤਾਂ ਉਹਨਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਤੁਹਾਡੀ ਹੈਗੀ ਆ, ਇਹ ਚਾਹੇ ਹੁਣ ਜਿਵੇਂ ਮਰਜ਼ੀ ਤੁਸੀਂ ਕਰਕੇ ਕਰ ਲਓ ਨਾ। ਤੇ ਦੂਸਰਾ, ਜੇ ਉਹ ਮਾੜਾ ਵੀ ਆ ਤੁਹਾਨੂੰ ਜ਼ਿੰਦਗੀ 'ਚ ਕਦੇ ਬਦਦੁਆ ਨਹੀਂ ਦੇ ਸਕਦਾ, ਤੰਗ ਜ਼ਰੂਰ ਕਰ ਸਕਦਾ ਆ, ਹੈ ਨਾ। ਸੋ ਮੈਨੂੰ ਲੱਗਦਾ ਕਿ ਹਾਂ, ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਹਰ ਚੀਜ਼ ਦੇ 2 ਪਾਸੇ ਹੁੰਦੇ ਨੇਗੇ। ਕਈ ਘਰਾਂ ਦੇ ਵਿੱਚ ਬਜ਼ੁਰਗ ਵੀ ਬੱਚਿਆਂ ਦੇ ਨਾਲ ਉਵੇਂ ਰਲ ਕੇ ਨਹੀਂ ਚੱਲਦੇ, ਜਾਂ ਕਈ ਪੁਰਾਣੀਆਂ ਚੀਜ਼ਾਂ ਜਾਂ ਪੁਰਾਣੇ ਫੈਸਲਿਆਂ ਤੇ ਕਈ ਵਾਰ ਆਪਾਂ ਅੜੇ ਰਹਿੰਦੇ ਹਾਂ। ਕਈ ਘਰਾਂ ਦੇ ਵਿੱਚ ਉਹੀ ਚੀਜ਼ਾਂ ਹੁੰਦੀਆਂ ਨੇ, ਜਾਂ ਕਈ ਵਾਰ ਉਹਨਾਂ ਨੂੰ ਇਹ ਹੁੰਦਾ ਹੈ ਕਿ ਜੇ ਅਸੀਂ ਸਿਆਣੇ ਗੱਲ ਕਹਿਤੀ ਤਾਂ ਸਾਡੀ ਇਸੇ ਤਰ੍ਹਾਂ ਨਾਲ ਹੀ ਮੰਨੀ ਜਾਣੀ ਚਾਹੀਦੀ ਆ। ਉਹ ਮੈਂ ਕਹਿੰਦੀ ਇੱਕ ਅਲੱਗ ਵਿਸ਼ਾ ਵਾ, ਪਰ ਅੱਜ ਦਾ ਜਿਹੜਾ ਆਪਣਾ ਵਿਸ਼ਾ ਇਹ ਸੀਗਾ ਵੀ ਜਿਨ੍ਹਾਂ ਘਰਾਂ ਦੇ ਵਿੱਚ ਮਾਂ ਜਾਂ ਬਾਪ ਬਜ਼ੁਰਗ ਅਵਸਥਾ ਦੇ ਵਿੱਚ ਇਕੱਲੇ ਰਹਿ ਜਾਂਦੇ ਨੇ, ਹੈ ਨਾ, ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਹਰ ਇੱਕ ਚੀਜ਼ ਆਪਣੇ 'ਤੇ ਲਾ ਕੇ ਸੋਚਣੀ ਚਾਹੀਦੀ ਹੈ ਕਿ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਮੇਰੀ ਜ਼ਿੰਦਗੀ ਦਾ ਔਖਾ ਸੌਖਾ, ਖੁਸ਼ੀ ਗਮੀ ਜੋ ਵੀ ਆ, ਛੋਟੀ ਮੋਟੀ ਗੱਲ ਵੀ ਆ, ਹੈ ਨਾ, ਆਪਾਂ ਜਦੋਂ ਆਪਣੇ ਹਮਸਫ਼ਰ ਨਾਲ ਸਾਂਝੀ ਕਰਦੇ ਹਾਂ ਤੇ ਉਹ ਸਾਡੇ ਮਾਂ-ਬਾਪ ਜਿਨ੍ਹਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹਮਸਫ਼ਰ ਨਹੀਂ ਰਹੇ ਹੈਗੇ, ਤਾਂ ਉਹਨਾਂ ਦੀ ਮਾਨਸਿਕ ਅਵਸਥਾ ਕਿਹੋ ਜਿਹੀ ਹੋਊਗੀ, ਹੈ ਨਾ। ਸਿਰਫ ਉਹ ਆਪਣੇ ਬੱਚਿਆਂ ਨੂੰ ਦੇਖ-ਦੇਖ ਕੇ ਦਿਨ ਕੱਟ ਰਹੇ ਨੇ, ਸਬਰ ਕਰ ਰਹੇ ਨੇਗੇ, ਪਰ ਉੱਥੇ ਮੈਨੂੰ ਲੱਗਦਾ ਹੈ ਕਿ ਥੋੜ੍ਹਾ ਜਿਹਾ ਆਪਣਾ ਫਰਜ਼ ਬਣਦਾ ਹੈ ਕਿ ਆਮ ਜਾਂ ਰੋਜ਼ਾਨਾ ਦੀ ਜ਼ਿੰਦਗੀ ਤੋਂ ਥੋੜ੍ਹਾ ਜਿਹਾ ਹਟ ਕੇ ਥੋੜ੍ਹਾ ਜਿਹਾ ਉਹਨਾਂ ਦੇ ਅਸੀਂ ਕਰੀਬ ਜਾਈਏ, ਅਸੀਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਏ ਕਿ ਕਿਤੇ ਪੂਰੇ ਪਰਿਵਾਰ 'ਚ ਰਹਿੰਦਿਆਂ ਹੋਇਆਂ, ਸਾਡੇ 'ਚ ਰਹਿੰਦਿਆਂ ਹੋਇਆਂ ਸਾਡਾ ਮਾਂ ਜਾਂ ਬਾਪ ਆਪਣੇ ਆਪ ਨੂੰ ਇਕੱਲਾ ਮਹਿਸੂਸ ਤਾਂ ਨਹੀਂ ਕਰਦਾ, ਜਾਂ ਫਿਰ ਆਪਣੀਆਂ ਲੋੜਾਂ ਪੂਰੀਆਂ ਕਰਦਿਆਂ ਕਿਤੇ ਅਸੀਂ ਆਪਣੇ ਮਾਂ ਜਾਂ ਬਾਪ ਦੀ ਕੋਈ ਲੋੜ ਇੱਦਾਂ ਦੀ ਤਾਂ ਨਹੀਂ ਰਹਿ ਗਈ ਜਿਹੜੀ ਹਲੇ ਤੱਕ ਅਸੀਂ ਅਣਗੌਲਿਆਂ ਹੀ ਕਰੀ ਰੱਖੀ ਆ, ਹੈ ਨਾ। ਵੀ ਜੇ ਜਾਂ ਕਿਤੇ ਸਾਡਾ ਮਾਂ-ਬਾਪ ਪਰਿਵਾਰ ਦੇ ਵਿੱਚ ਕੁਛ ਇੱਦਾਂ ਦੀਆਂ ਚੀਜ਼ਾਂ ਤਾਂ ਨਹੀਂ ਕਰ ਰਿਹਾ ਹੈਗਾ ਵੀ ਜਿਹੜੀਆਂ ਸਿਰਫ ਉਹ ਇਸ ਕਰਕੇ ਕਰ ਰਿਹਾ ਹੋਵੇ ਕਿ ਮੇਰੀ ਮੌਜੂਦਗੀ ਬਣੀ ਰਹੇ, ਇਹਨਾਂ ਨੂੰ ਮੇਰਾ ਇਸ ਪਰਿਵਾਰ ਦੇ ਵਿੱਚ ਹੋਣਾ ਜ਼ਰੂਰੀ ਲੱਗੇ, ਹੈ ਨਾ। ਸੋ ਛੋਟੀਆਂ-ਛੋਟੀਆਂ ਮੈਨੂੰ ਲੱਗਦਾ ਕਿ ਚੀਜ਼ਾਂ ਨੇਗੀਆਂ ਇਹ,
ਮੁੱਕਦੀ ਗੱਲ ਇਹੀ ਹੈ ਗੁਰਦੀਪ, ਉਹੀ ਕਿ ਆਪਾਂ ਕਹੀਏ ਕਿ ਹਰੇਕ ਉਮਰ ਜਿਵੇਂ ਆਪਣੀ ਉਮਰ ਆ, ਆਪਣੀਆਂ ਕਿੰਨੀਆਂ ਮਾਨਸਿਕ ਆਰਥਿਕ ਜ਼ਰੂਰਤਾਂ ਨੇ ਹਨਾ, ਤੇ ਆਪਣੀਆਂ ਸਮਾਜਿਕ ਵੀ ਹੈਗੀਆਂ ਨੇ। ਸਾਨੂੰ ਵੀ ਹੈ ਕਿ ਸਾਨੂੰ ਕੋਈ ਪੁੱਛੇ, ਸਾਨੂੰ ਕੋਈ ਆਪਣੇ ਫੈਸਲਿਆਂ 'ਚ ਸ਼ਾਮਿਲ ਕਰੇ, ਸਾਨੂੰ ਘਰ 'ਚ ਉਡੀਕਿਆ ਜਾਵੇ ਹਨਾ, ਸਾਡਾ ਹਾਲ ਚਾਲ 2 ਵਾਰੀ ਪੁੱਛਿਆ ਜਾਵੇ। ਆਪਾਂ ਚੰਗੇ ਭਲੇ ਤੰਦਰੁਸਤ ਹਾਂ, ਫਿਰ ਵੀ ਘਰ 'ਚ ਕੋਈ ਇੱਕ ਦਿਨ ਨਾ ਪੁੱਛੇ ਤੂੰ ਠੀਕ ਹੈ, ਤਾਂ ਐਂ ਲੱਗਦਾ ਹੁੰਦਾ ਯਾਰ ਮੈਨੂੰ ਸਮਝਦੇ ਹੀ ਨਹੀਂ ਹੈ ਨਾ। ਤੇ ਹਰੇਕ ਮਤਲਬ ਉਮਰ ਦੀ ਇਹੀ ਜ਼ਰੂਰਤ ਹੁੰਦੀ ਆ, ਤੇ ਉਹਨਾਂ ਦੀ ਤਾਂ ਖਾਸ ਕਰਕੇ ਹੁੰਦੀ ਆ ਜਿਨ੍ਹਾਂ ਕੋਲੇ ਸੱਚੀ, ਜਿਵੇਂ ਤੁਸੀਂ ਕਿਹਾ ਕਿ ਲੱਗਦਾ ਹੀ ਨਹੀਂ ਹੁੰਦਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਹੁੰਦਾ ਕਿ ਮੇਰਾ ਆਪਣਾ ਕੌਣ ਆ ਜਿਹਦੇ ਨਾਲ ਮੈਂ ਗੱਲ ਕਰਾਂ ਹਨਾ। ਬਿਲਕੁਲ। ਤੇ ਅੱਜ ਦੇ ਪ੍ਰੋਗਰਾਮ ਗੱਲ ਤੇ ਗੱਲ ਦੇ ਵਿੱਚ ਇੰਨਾ ਹੀ। ਉਮੀਦ ਹੈ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਆਪਣਾ ਫੀਡਬੈਕ ਭੇਜੋਗੇ, ਤੇ ਹੋ ਸਕਦਾ ਕੋਈ ਗੱਲ ਕਰਨੋਂ ਰਹਿ ਗਈ ਹੋਵੇ ਜਾਂ ਬਹੁਤ ਜ਼ਿਆਦਾ ਖੁੱਲ੍ਹ ਕੇ ਅਸੀਂ ਇਸ ਵਿਸ਼ੇ ਦੇ ਉੱਪਰ ਗੱਲ ਨਾ ਕਰ ਸਕੇ ਹੋਈਏ, ਪਰ ਆਪਾਂ ਚਾਹੁੰਦੇ ਸੀਗੇ ਕਿ ਜਿੱਥੇ ਆਪਾਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਉਹੀ ਵਿਸ਼ੇ ਗੱਲ ਤੇ ਗੱਲ ਦੇ ਵਿੱਚ ਲਿਆਂਦੇ ਜਾਣ ਜਿਹਦੇ ਵਿੱਚ ਅਸੀਂ 99% ਲੋਕ ਉਸ ਵਿਸ਼ੇ ਦੇ ਨਾਲ ਰਿਲੇਟ ਕਰ ਸਕਣ ਕਿ ਹਾਂਜੀ ਇਹ ਤਾਂ ਸਾਡੇ ਘਰ ਦੀ ਕਹਾਣੀ ਹੈ, ਜਾਂ ਹਾਂ ਵਾਕਈ ਸਮਾਜ ਦੇ ਵਿੱਚ ਇਸ ਤਰ੍ਹਾਂ ਹੁੰਦਾ, ਜਾਂ ਹਾਲੇ ਤੱਕ ਇਸ ਚੀਜ਼ 'ਤੇ ਆਪਾਂ ਧਿਆਨ ਨਹੀਂ ਦਿੱਤਾ ਸੀ। ਸੋ ਇਸੇ ਤਰ੍ਹਾਂ ਹੀ ਇਹ ਵਿਸ਼ਾ ਸਾਡੇ ਦਿਮਾਗ ਦੇ ਵਿੱਚ ਆਇਆ ਕਿ ਜਿਨ੍ਹਾਂ ਘਰਾਂ ਦੇ ਵਿੱਚ ਇਕੱਲੇ ਬਜ਼ੁਰਗ ਰਹਿ ਜਾਂਦੇ ਨੇ, ਜਿਨ੍ਹਾਂ ਦੇ ਹਮਸਫਰ ਨਹੀਂ ਹੁੰਦੇ, ਤਾਂ ਉਹਨਾਂ ਘਰਾਂ ਦੇ ਬਜ਼ੁਰਗਾਂ ਪ੍ਰਤੀ ਸਾਡਾ ਜਾਂ ਸਾਡੇ ਪਰਿਵਾਰ ਦਾ ਰਵੱਈਆ ਕੀ ਹੋਣਾ ਚਾਹੀਦਾ, ਜਾਂ ਕਿਹੜੀਆਂ ਛੋਟੀਆਂ-ਛੋਟੀਆਂ ਗੱਲਾਂ 'ਤੇ ਅਸੀਂ ਉਹਨਾਂ ਨੂੰ ਮਾਨਸਿਕ ਤੌਰ 'ਤੇ, ਆਰਥਿਕ ਜਾਂ ਸਮਾਜਿਕ ਤੌਰ 'ਤੇ ਸਮਝਣ ਦੀ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਆ। ਸੋ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ। ਮੈਨੂੰ ਗੁਰਦੀਪ ਨੂੰ, ਭੈਣ ਰੁਪਿੰਦਰ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।